ਤਾਂ ਮੇਰੇ ਪਿੰਡ ਵਾਲੇ ਵੀ ਰੋਂਦੇ ਸੀ ਯਾਰ ਇਹ ਕੀ ਬਣ ਗਿਆ, ਕਿਉਂਕਿ ਮੈਨੂੰ ਵੇਖ ਕੇ ਡਰ ਆਉਂਦਾ ਸੀਗਾ। 2002 ਵਾਲੀ ਫੋਟੋ ਤੁਹਾਨੂੰ ਕੱਢ ਕੇ ਦਿਖਾ ਦਿਆਂ ਮੋਬਾਈਲ 'ਚ, ਤੁਸੀਂ ਖੁਦ ਡਰ ਜਾਓਗੇ ਕਿ ਮੈਂ ਕਿੰਨਾ ਭਿਆਨਕ ਸ਼ਕਲ ਵਾਲਾ ਬੰਦਾ ਹੁੰਦਾ ਸੀਗਾ। ਕਿਸੇ ਨੂੰ ਚਪੇੜ ਮਾਰੋਗੇ ਹੋ ਸਕਦਾ ਉਹ ਅਹਿੰਸਾਵਾਦੀ ਹੋਵੇ, ਪਰ ਜਦੋਂ ਤੁਸੀਂ ਇੱਕ ਸਿੱਖ ਨੂੰ ਮਾਰੋਗੇ ਉਹਨੇ ਪਲਟਵਾਂ ਜਵਾਬ ਦੇਣਾ ਹੀ ਦੇਣਾ, ਚਾਹੇ ਫਿਰ ਬਾਅਦ 'ਚ ਉਹਦਾ ਸਿਰ ਲੈ ਜਾਵੇ। ਅਕਾਲੀ ਤਾਂ ਪਤਾ ਹੀ ਆਪਾਂ ਨੂੰ, ਉਹ ਗੱਠਜੋੜ ਪਹਿਲਾਂ ਇਹਨਾਂ ਦੇ ਖਿਲਾਫ ਉਹ ਮੋਰਚਾ ਲਾਉਂਦੇ ਸੀ ਤੇ ਮੁੜ ਕੇ ਇਹਨਾਂ ਦੇ ਨਾਲ ਹੀ ਰਲ ਕੇ ਸਰਕਾਰ ਬਣਾ ਲਈ। ਔਰ ਇੱਕ ਸਰਕਾਰ ਦੇ ਵਿੱਚ ਜਿਹੜੀ ਰਲਵੀਂ ਮਿਲਵੀਂ ਸਰਕਾਰ ਸੀ ਉਹਦੇ 'ਚ ਕਾਮਰੇਡ ਵੀ ਸੀ। ਆ ਮਾਇਆਵਤੀ ਹੋਰੀ ਇਹ ਵੀ ਤੇ ਰਹੇ ਇਹਨਾਂ ਦੇ ਨਾਲ, ਮੁਲਾਇਮ ਸਿੰਘ ਵੀ ਰਿਹਾ, ਚਟਾਲੇ ਰਹੇ। ਚਟਾਲੇ ਹੁਣ ਰੋਂਦੇ ਆ ਕਿ ਅਸੀਂ ਲੈ ਕੇ ਆਏ ਸੀ, ਠਾਕਰੇ ਰੋਂਦੇ ਆ ਕਿ ਅਸੀਂ ਲੈ ਕੇ ਆਏ ਸੀਗੇ, ਆ ਜਿਹੜੇ ਕਸ਼ਮੀਰ ਵਾਲੇ ਇਹ ਰੋਂਦੇ ਆ। ਇਹ ਤੇ ਜਿੱਥੇ ਵੜ ਜਾਂਦੇ ਆ ਨਾ, ਬਸ ਜਦ ਤੱਕ ਸਾਡੇ ਨਾਗਰਿਕ ਵਿਕਾਸ ਮੁਖੀ ਤਰਜੀਹਾਂ ਜਿਹੜੀਆਂ ਉਹ ਅਮਲ 'ਚ ਨਹੀਂ ਲਿਆਉਂਦੇ ਤਾਂ ਮੇਰੇ ਖਿਆਲ ਦੇ ਨਾਲ ਇਹ ਰਾਜਨੀਤੀ ਨਿਕਲਣੀ ਵੀ ਨਹੀਂ, ਤਾਂ ਚੁੱਲ੍ਹਿਆਂ ਤੱਕ ਚੜੀ ਹੋਈ ਹੈ। ਸਰਖਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਤੇ ਗੱਲ ਕਰਦੇ ਆ। ਅੱਜ ਸਾਡੇ ਨਾਲ ਅਜਿਹੀ ਸ਼ਖਸੀਅਤ ਮੌਜੂਦ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਸੰਘਰਸ਼ ਲੜਿਆ ਤੇ ਅੱਜ ਜੇ ਗੱਲ ਕਰੀਏ ਅੱਜ ਵੀ ਉਹ ਸੰਘਰਸ਼ ਦੇ ਵਿੱਚ ਹੀ ਕੁੱਦੇ ਹੋਏ ਨੇ, ਕਿਸਾਨੀ ਸੰਘਰਸ਼ ਦੇ ਵਿੱਚ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ, ਕੀ ਸੀ ਇਹਨਾਂ ਦੀ ਜ਼ਿੰਦਗੀ ਤੇ ਅੱਜ ਫੇਰ ਉਸੇ ਸੰਘਰਸ਼ ਦੇ ਵਿੱਚ ਚੱਲੇ ਹੋਏ ਨੇ। ਤੁਹਾਨੂੰ ਮਿਲਾਉਣ ਜਾ ਰਹੇ ਆ ਮਿੰਟੂ ਗੁਰੂਸਰੀਆ ਦੇ ਨਾਲ। ਗੁਰੂਸਰੀਆ ਜੀ ਸਵਾਗਤ ਆ ਪਹਿਲਾਂ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਵੀ ਜ਼ਿੰਦਗੀ ਦੇ ਵਿੱਚ ਸੰਘਰਸ਼ ਲੜੇ ਨੇ ਤੇ ਅੱਜ ਵੀ ਜ਼ਿੰਦਗੀ ਦੇ ਵਿੱਚ ਸੰਘਰਸ਼ਾਂ ਨਾਲ ਲੜ ਰਹੇ ਹੋ, ਕਿਵੇਂ ਲੱਗਦਾ? ਨਹੀਂ, ਉਹ ਸੰਘਰਸ਼ ਬੇਕਾਰ ਟਾਈਪ ਦੇ ਸੀਗੇ, ਮੰਤਵਹੀਨ ਸੀਗੇ, ਮੁੱਦਾਹੀਨ ਸੀਗੇ, ਉਹ ਕਹਿ ਲਓ ਕਿ ਦਿਸ਼ਾਹੀਨ, ਸਭ ਕੁਝ ਸੀ, ਉਹ ਹੀਨ ਸੀ ਸਭ ਕੁਝ। ਮੈਂ ਕਹਿੰਦਾ ਕਿ ਮੈਂ ਆਪਣੀ ਜ਼ਿੰਦਗੀ 'ਚ ਕਾਂਟਾ ਹੀ ਮਾਰਤਾ ਕਿ ਯਾਰ ਹੁਣ 4.5 ਦਹਾਕੇ ਹੋ ਗਏ ਆ, 10-15 ਸਾਲ ਹੱਡ ਹੋਰ ਤੁਰਨਗੇ। ਜੋ ਆਹ 10 ਸਾਲਾਂ 'ਚ ਸਿੱਖਿਆ ਉਹ ਹੁਣ ਵੰਡਣ ਦਾ ਵੇਲਾ, ਆਪਣੀ ਨੌਜਵਾਨੀ ਨੂੰ ਦੱਸਣ ਦਾ ਵੇਲਾ ਕਿ ਆਉਣ ਵਾਲਾ ਸਮਾਂ ਕੈਸਾ ਹੋ ਸਕਦਾ ਹੈ। ਸੋ ਉਹ ਸੰਘਰਸ਼ ਤੇ ਆਹ ਸੰਘਰਸ਼ ਜੇ ਤੁਲਨਾਤਮਕ ਤੌਰ 'ਤੇ ਦੇਖੋਗੇ ਤਾਂ ਇਹ ਰਿਜ਼ਕ ਦੀ ਲੜਾਈ ਹੈ। ਉਹ ਉੱਥੇ ਕਹਿ ਲਓ ਕਿ ਗਲਤ ਕੰਮਾਂ ਦੀ ਲੜਾਈ ਸੀਗੀ, ਜਾਂ ਕਹਿ ਲਓ ਕਿ ਗਲਤ ਚੀਜ਼ਾਂ ਨੂੰ ਲੈ ਕੇ ਲੜਾਈ ਸੀ। ਇੱਥੋਂ ਦੀ ਲੜਾਈ 'ਚ ਇਹ ਸਕੂਨ ਹੈ ਕਿ ਸਾਡੇ ਲੋਕ ਇੱਕ ਐਸੀ ਲੜਾਈ ਲੜ ਰਹੇ ਆ ਜਿਹਨੂੰ ਲੜਨ ਤੋਂ ਪੂਰਾ ਦੇਸ਼ ਸਰੈਂਡਰ ਕਰ ਗਿਆ ਸੀਗਾ ਮੋਦੀ ਸ਼ਾਹ ਦੀ ਜੋੜੀ ਦੇ ਸਾਹਮਣੇ। ਸਾਡੇ ਲੋਕ ਲੜ ਰਹੇ ਆ, ਸਾਡੇ ਵਰਗੇ ਚਲੋ ਤਿਲ ਫੁੱਲ ਕਿਤੇ ਯੋਗਦਾਨ ਪਾ ਜਾਂਦੇ ਆ ਤਾਂ ਅਸੀਂ ਖੁਸ਼ਕਿਸਮਤ ਆ। ਗੁਰੂਸਰੀਆ ਜੀ ਗੱਲ ਕਰੀਏ, ਜਿਵੇਂ ਹੁਣ ਸੰਘਰਸ਼ ਦੇ ਵਿੱਚੋਂ ਤੁਸੀਂ ਨਿਕਲੇ ਤੇ ਇਸ ਸੰਘਰਸ਼ ਦੇ ਵਿੱਚ ਆ ਗਏ ਹੋ, ਇਹ ਵੀ ਇੱਕ ਸੰਘਰਸ਼ ਆ ਤੇ ਉਹ ਵੀ ਇੱਕ ਸੰਘਰਸ਼ ਸੀ। ਜਦੋਂ ਅਸੀਂ ਖੁਦ ਉਹ ਫਿਲਮ ਦੇਖੀ ਆ ਤੁਹਾਡਾ ਡਾਕੂਆਂ ਦਾ ਮੁੰਡਾ, ਤਾਂ ਅੱਖਾਂ ਦੇ ਵਿੱਚੋਂ ਅਥਰੂ ਗਿਰਦੇ ਸੀ ਵੀ ਯਾਰ ਆਹ ਜ਼ਿੰਦਗੀ 'ਚੋਂ ਐਸ ਲੋਟ ਵੀ ਬਦਲਿਆ ਜਾ ਸਕਦਾ। ਤੁਹਾਨੂੰ ਕੀ ਲੱਗਦਾ ਗਾ ਹੁਣ? ਨਹੀਂ ਦੇਖੋ, ਉਹ ਚੀਜ਼ਾਂ ਚਲੋ ਉਹ ਕੁਛ ਚੀਜ਼ਾਂ ਫਿਲਮ ਦੇ ਵਿੱਚ ਤੁਹਾਨੂੰ ਪਤਾ ਉਹ ਸਕ੍ਰਿਪਟਡ ਹੁੰਦੀਆਂ ਨੇ, ਉਹ ਚੀਜ਼ਾਂ ਇਸ ਤਰੀਕੇ ਨਾਲ ਜੋੜੀਆਂ ਜਾਂਦੀਆਂ ਕਿ ਆਡੀਅנס ਹਰੇਕ ਤਰ੍ਹਾਂ ਦੀ ਧਿਆਨ 'ਚ ਰੱਖੀ ਜਾਂਦੀ। ਕੋਈ ਵੀ ਫਿਲਮ ਬਣਦੀ ਹੈ ਨਾ, ਉਹ ਆਲ ਰਾਊਂਡ ਆਡੀਅנס ਨੂੰ ਮੱਦੇ ਨਜ਼ਰ ਰੱਖ ਕੇ ਉਹਦੇ 'ਚ ਕਮੇਡੀ, ਗੀਤ, ਇਮੋਸ਼ਨਲ। ਤਾਂ ਕਿਸੇ ਫਿਲਮ ਦੇ ਵਿੱਚ ਕੀ ਹੁੰਦਾ ਕਿ ਇੱਕ ਚੋਟ ਹੋ ਜਾਂਦੀ ਹੈ। ਮਸਲਨ ਉਹਦੇ 'ਚ ਜਿੱਥੇ ਉਹ ਮੇਰੀ ਬੀਬੀ ਦਾ ਇੱਕ ਸੀਨ ਹੈ, ਮੇਰੀ ਮਾਤਾ ਦਾ, ਉਹ ਰੀਅਲ ਹੀ ਹੈ ਤੇ ਉਹ ਸਾਡੇ ਗਵਾਂਢੀਆਂ ਨੂੰ ਵੀ ਪਤਾ, ਸਾਡੇ ਪਿੰਡ ਵਾਲਿਆਂ ਨੂੰ ਵੀ ਪਤਾ। ਤਾਂ ਉਹ ਸੀਨ ਕੀ ਆ ਕਿ ਹੁਣ ਜਿੱਦਾਂ ਕੋਈ ਬੰਦਾ ਕਿ ਉਹ ਤਿਆਰ ਹੋ ਰਿਹਾ ਕਿ ਯਾਰ ਮੈਂ ਇਹਦੇ ਵਰਗਾ ਬਣਨਾ, ਪਰ ਯਕਦਮ ਜਦੋਂ ਸੀਨ ਆਉਂਦਾ ਨਾ ਸਰੈਂਡਰ ਕਰਨਾ ਕਿ ਨਾ ਯਾਰ ਇਹਦੇ ਵਰਗਾ ਨਹੀਂ ਬਣਨਾ। ਸੋ ਉਹ ਚੀਜ਼ ਜਿਹੜੀ ਆ ਕਈ ਵਾਰ ਥੋੜ੍ਹੀ ਜ਼ਿਆਦਾ ਭਾਰੀ ਹੋ ਜਾਂਦੀ ਹੈ। ਸੋ ਇਸ ਕਰਕੇ ਥੋੜ੍ਹੀ ਇਮੋਸ਼ਨਲ ਉਹ ਸਿਚੁਏਸ਼ਨ ਸੀਗੀ ਉਸ ਸੀਨ ਦੇ ਮੁਤਾਬਕ। ਬਾਕੀ ਦੇਖੋ ਗੱਲ ਇਹ ਆ ਕਿ ਉਸ ਟਾਈਮ ਜਿਹਨੇ ਵੀ ਦੇਖਿਆ ਮੈਨੂੰ, ਖਾਸ ਤੌਰ 'ਤੇ 2002 ਤੋਂ ਬਾਅਦ, ਉਸ ਟਾਈਮ ਤਕਰੀਬਨ ਜਿਹੜਾ ਮੇਰਾ ਨੇੜੂ ਸੀਗਾ ਜਾਂ ਮੇਰੇ ਪਿੰਡ ਦਾ ਬੰਦਾ ਖਾਸ ਤੌਰ 'ਤੇ, ਕਿਉਂਕਿ ਸਭ ਤੋਂ ਜ਼ਿਆਦਾ ਦਰਦ ਤੁਹਾਡੇ ਮਾਂ ਪਿਓ ਨੂੰ ਹੁੰਦਾ, ਜਾਂ ਤੁਹਾਡੀ ਵਾਈਫ ਨੂੰ ਹੁੰਦਾ, ਤੁਹਾਡੇ ਬੱਚਿਆਂ ਨੂੰ ਹੁੰਦਾ। ਦੂਸਰਾ ਦਰਦ ਹੁੰਦਾ ਤੁਹਾਡੇ ਗਰਾਈ ਹੁੰਦੇ ਆ, ਤੁਹਾਡੇ ਜਿਹੜੇ ਮਤਲਬ ਕਿ ਪੇਂਡੂ ਹੁੰਦੇ ਆ, ਜਿਹੜੇ ਤੁਹਾਡੇ ਇੱਕ ਪਿੰਡ ਦੇ ਹੁੰਦੇ ਆ ਨਾ ਲੋਕ, ਜਾਂ ਤੁਹਾਡੇ ਮਹੱਲੇਦਾਰ ਹੁੰਦੇ ਆ, ਉਹਨਾਂ ਨੂੰ ਜ਼ਿਆਦਾ ਹੁੰਦਾ ਕਿਉਂਕਿ ਉਹਨਾਂ ਨੇ ਤੁਹਾਨੂੰ ਵਾਧਾ ਦੇਖਿਆ ਹੁੰਦਾ ਹੈ, ਉਹਨਾਂ ਨੇ ਤੁਹਾਡੀਆਂ ਖੂਬੀਆਂ ਨੂੰ ਪਛਾਣਿਆ ਹੁੰਦਾ ਹੈ, ਉਹ ਤੁਹਾਡੇ ਤੋਂ ਜਾਣੂ ਹੁੰਦੇ ਕਿ ਕਿਸ ਨੇਚਰ ਦਾ ਬੰਦਾ। ਤਾਂ ਮੇਰੇ ਪਿੰਡ ਵਾਲੇ ਵੀ ਰੋਂਦੇ ਸੀ ਯਾਰ ਇਹ ਕੀ ਬਣ ਗਿਆ, ਕਿਉਂਕਿ ਮੈਨੂੰ ਵੇਖ ਕੇ ਡਰ ਆਉਂਦਾ ਸੀਗਾ। 2002 ਵਾਲੀ ਫੋਟੋ ਤੁਹਾਨੂੰ ਕੱਢ ਕੇ ਦਿਖਾ ਦਿਆਂ ਮੋਬਾਈਲ 'ਚ, ਤੁਸੀਂ ਖੁਦ ਡਰ ਜਾਓਗੇ ਕਿ ਮੈਂ ਕਿੰਨਾ ਭਿਆਨਕ ਸ਼ਕਲ ਵਾਲਾ ਬੰਦਾ ਹੁੰਦਾ ਸੀਗਾ। ਸੋ ਇਸ ਕਰਕੇ ਉਸ ਟਾਈਮ ਸਾਰੇ ਹੀ ਰੋਂਦੇ ਸੀਗੇ, ਇਕੱਲਾ ਮੈਂ ਨਹੀਂ, ਮੈਂ ਖੁਦ ਵੀ ਰੋਂਦਾ ਸੀਗਾ ਕਿ ਯਾਰ ਆਹ ਕੀ ਬਣ ਗਿਆ। ਪਰ ਉਦੋਂ ਕੋਈ ਜ਼ੋਰ ਨਹੀਂ ਸੀ। ਹੁਣ ਇੰਨਾ ਵੀ ਚਲੋ ਛੱਡੋ ਵੈਸੇ ਗੱਲਾਂ, ਹੁਣ ਮੈਂ ਤਾਂ ਕਰਨ ਤੋਂ ਗਰੇਜ਼ ਕਰਦਾ ਕਿਉਂਕਿ 5-7 ਸਾਲ ਉਹ ਕੀਤੀਆਂ,
ਹੁਣ ਆਹ ਗੱਲਾਂ ਕਰਨ ਦਾ ਵੇਲਾ ਆ, ਕਿਉਂਕਿ ਸਿਚੁਏਸ਼ਨ ਜਿਹੜੀ ਹੈ ਉਹ ਪੰਜਾਬ ਦੇ ਲਿਹਾਜ਼ ਨਾਲ ਵੇਖਣ ਵਾਲੀ ਹੈ, ਨਾ ਕਿ ਵਿਅਕਤੀ ਵਿਸ਼ੇਸ਼ ਦੇ ਲਿਹਾਜ਼ ਨਾਲ। ਗੁਰੂ ਸਾਹਿਬ ਜੀ, ਜੇ ਤੁਸੀਂ ਆਈਐਸ ਦੀ ਗੱਲ ਕਰਦੇ ਹੋ ਵੀ ਆਹ ਗੱਲਾਂ ਕਰਨ ਵਾਲੀਆਂ ਨੇ ਹੋਣ ਵਾਲੀਆਂ, ਤਾਂ ਹੋਣ ਵਾਲੀਆਂ ਗੱਲਾਂ ਨੂੰ ਕਿਵੇਂ ਦੇਖਦੇ ਹੋ? ਜਿਹੜਾ ਪੰਜਾਬ ਆ, ਪੰਜਾਬ ਨੂੰ ਮਾਰਨ ਤੇ ਲੱਗੇ ਹੋਏ ਨੇ ਸਾਰੇ, ਤੁਹਾਨੂੰ ਨਹੀਂ ਲੱਗਦਾ ਹੈਗਾ? ਹਮੇਸ਼ਾ ਹੁੰਦਾ ਹੈ, ਦੇਖੋ ਹਮੇਸ਼ਾ ਹੁੰਦਾ ਹੈ। ਇੱਕ ਤੇ ਇਹ ਆ ਕਿ ਜਿਹੜਾ ਕੋਈ ਖੁਸ਼ਹਾਲ ਖਿੱਤਾ ਹੁੰਦਾ ਹੈ ਉਹਨੂੰ ਹਮੇਸ਼ਾ ਹਥਿਆਉਣ ਦਾ ਯਤਨ ਰਹਿੰਦਾ ਹੈ। ਭਾਰਤ 'ਚ ਅੰਗਰੇਜ਼ ਕਿਉਂ ਆਏ ਸੀਗੇ? ਸੋਚਣ ਵਾਲੀ ਗੱਲ ਹੈ। ਉਸ ਟਾਈਮ ਜਿਹੜੀ ਕੁੱਲ ਦੁਨੀਆ ਦੀ GDP ਸੀ 33% ਇੰਡੀਆ ਉਹਦਾ ਹਿੱਸੇਦਾਰ ਸੀ। 33% ਸੋਚ ਕੇ ਦੇਖੋ GDP ਦਾ ਕੀ ਮਤਲਬ ਹੈ ਕਿ ਜੋ ਵੀ ਆਪਾਂ ਬੀਜਦੇ ਉਗਾਉਂਦੇ ਆ ਬਣਾਉਂਦੇ ਆ ਉਹ ਆਪਣਾ GDP ਉਤਪਾਦਨ ਹੈ। ਤਾਂ ਕੁੱਲ ਦੁਨੀਆ ਦੀ ਪ੍ਰੋਡਕਸ਼ਨ ਦੇ ਵਿੱਚ 33% ਇੱਕ ਮੁਲਕ ਦਾ ਅੰਗਰੇਜ਼ ਤਾਂ ਆਇਆ ਸੀ, ਔਰ ਉਹਨੇ ਲੁੱਟ ਕੇ ਅੱਜ ਜੇ ਆਪਾਂ ਦੇਖੀਏ 47 ਦਾ ਡਾਟਾ, ਤੇ ਉਹ ਮੇਰੇ ਖਿਆਲ ਦੇ ਨਾਲ ਉਹ ਜਿਹੜਾ 33% ਸੀਗਾ ਸ਼ੇਅਰ, ਉਹ ਕਿਤੇ ਮਸਾਂ ਮਿਲਦਾ ਤਾਂ 2-4 ਤੇ ਆ ਗਿਆ ਹੋਣਾ। ਖੁਸ਼ਹਾਲ ਸੀਗਾ ਇਹ ਦੇਸ਼, ਲੋਕ ਮਿਹਨਤੀ ਸੀਗੇ। ਇਸੇ ਤਰ੍ਹਾਂ ਜੇ ਅੱਜ ਦੇਖੀਏ ਕੁਛ ਨਹੀਂ ਬਦਲਿਆ, ਉਹਦਾ ਮਾਡਲ ਰੂਲ ਕਰਨ ਦਾ ਬਦਲ ਜਾਂਦਾ ਹੈ। ਬਸਤੀਵਾਦ ਤੋਂ ਅਸੀਂ ਆ ਗਏ ਇੱਕ ਅਖੌਤੀ ਲੋਕਤੰਤਰ 'ਚ, ਕਿਉਂਕਿ ਅੱਜ ਦੇਖੋ ਤਾਂ ਇੱਕ ਤਰ੍ਹਾਂ ਨਾਲ ਆਟੋਕ੍ਰੇਸੀ ਚੱਲ ਰਹੀ ਹੈ, ਇੱਕ ਬੰਦੇ ਦਾ ਹੀ ਫੈਸਲਾ ਥੋਪਿਆ ਜਾ ਰਿਹਾ, ਇੱਕ ਪਾਰਟੀ ਦਾ ਜਾਂ ਇੱਕ ਵਿਚਾਰਧਾਰਾ ਦਾ। ਤਾਂ ਹੁੰਦਾ ਕੀ ਹੈ ਕਿ ਐਕਚੁਅਲ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਲੋਕ ਲੜਾਕੇ ਲੋਕ ਹੁੰਦੇ ਆ, ਜਦੋਂ ਉਹਨਾਂ ਤੱਕ ਲੜਾਈ ਪਹੁੰਚਦੀ ਹੈ ਫਿਰ ਉਹ ਚੱਕਦੇ ਹੀ ਆ, ਹੱਥ ਚੱਕਦੇ ਆ। ਤੁਸੀਂ ਕਿਸੇ ਨੂੰ ਚਪੇੜ ਮਾਰੋਗੇ, ਹੋ ਸਕਦਾ ਉਹ ਅਹਿੰਸਾਵਾਦੀ ਹੋਵੇ, ਪਰ ਜਦੋਂ ਤੁਸੀਂ ਇੱਕ ਸਿੱਖ ਨੂੰ ਮਾਰੋਗੇ ਉਹਨੇ ਪਲਟਵਾਂ ਜਵਾਬ ਦੇਣਾ ਹੀ ਦੇਣਾ, ਚਾਹੇ ਫਿਰ ਬਾਅਦ 'ਚ ਉਹਦਾ ਸਿਰ ਲੈ ਜਾਵੇ। ਪੰਜਾਬੀ ਦਾ ਵੀ, ਸਿੱਖ ਤੇ ਪੰਜਾਬੀ ਥੋੜ੍ਹੇ ਬਹੁਤੇ ਫਰਕ ਹੋ ਸਕਦੇ ਆ, ਪਰ ਤਬੀਅਤ ਬਾਗੀ ਹੈ। ਜਦੋਂ ਸਾਡੇ ਤੇ ਆਏ, ਹਮਲੇ ਤਾਂ ਹੋਏ ਨੇ। CA NRC ਕਿਹਦੇ ਤੇ ਹਮਲਾ ਸੀ? ਕਾਰਪੋਰੇਟ ਦੇ ਹੱਥ ਕੰਪਨੀਆਂ ਵੇਚਣ ਦੀਆਂ। ਬੈਂਕਾਂ ਵਾਲੇ ਆ ਗਏ ਨਾ ਸੜਕ ਤੇ, 10 ਲੱਖ ਕੱਲ੍ਹ ਹੜਤਾਲ ਤੇ ਸੀ। ਜਦ ਦਲਿਤਾਂ ਤੇ ਹੋਇਆ ਚੁੱਪ ਬੈਠੇ ਸੀ, ਜਦ ਮੁਸਲਮਾਨਾਂ ਤੇ ਹੋਇਆ ਚੁੱਪ ਬੈਠੇ, ਆਪਦੇ ਤੇ ਪਈ। ਪਰ ਜਦੋਂ ਇੱਥੇ ਆਏ, ਪੰਜਾਬ ਦੇ ਵਿੱਚ ਆਏ, ਤਾਂ ਪੰਜਾਬੀ ਉੱਠ ਖਲੋਤੇ। ਪਰ ਉਹ ਸੋਚ ਜਿਹੜੀ ਆ, ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਦੇਖੋ ਨਰਿੰਦਰ ਮੋਦੀ ਦਾ ਇੱਕ ਦ੍ਰਿਸ਼ਟੀਕੋਣ ਹੈ, ਉਹ ਬੰਦਾ ਮਨੂਵਾਦੀ ਸੋਚ ਰੱਖ ਕੇ ਹੀ ਅੱਗੇ ਵੱਧਦਾ ਹੈ। ਮਨੂਵਾਦੀ ਸੋਚ ਵਰਣ ਵੰਡ ਨੂੰ ਜਿਹੜੀ ਕਿ ਪ੍ਰੋੜ ਕਰਦੀ ਹੈ, ਵਰਗਾਂ ਨੂੰ ਮਤਲਬ ਕਿ ਵੰਡਦੀ ਹੈ, ਡਿਵਾਈਡ ਕਰਦੀ ਹੈ ਸਮਾਜ ਨੂੰ। ਇੱਕ ਅਪਰ ਕਲਾਸ, ਇੱਕ ਵਪਾਰੀ ਕਲਾਸ, ਇੱਕ ਸ਼ੂਦਰ, ਇੱਕ ਅਛੂਤ। ਉਹਦਾ ਵਿਜ਼ਨ, ਇਹ ਮੈਂ ਨਹੀਂ ਕਹਿੰਦਾ, ਮੇਰੇ ਕੋਲ ਰਿਕਾਰਡ ਹੈ। ਆਹ ਦੇਖੋ, ਮੈਂ ਤੁਹਾਨੂੰ ਦਿਖਾ ਦਿੰਦਾ। ਮੈਂ ਕੱਲੀ ਗੱਲ ਜਿਹੜੀ ਆ ਉਹ ਤਥਾਤਮਕ ਕਰਦਾ। ਨਰਿੰਦਰ ਮੋਦੀ ਦੀ ਬੁੱਕ ਜਿਹੜੀ ਹੈ ਉਹ ਇੱਕ ਲਾਂਚ ਕੀਤੀ ਸੀ ਇਹਨਾਂ ਨੇ 2005 ਦੇ ਵਿੱਚ। ਆਹ ਰਾਜੀਵ ਸ਼ਾਹ ਦੀ ਸਟੇਟਮੈਂਟ ਹੈ, ਟਾਈਮਜ਼ ਆਫ ਇੰਡੀਅਨ ਰਿਪਰੈਜ਼ੈਂਟੇਟਿਵ ਸੀਗਾ ਜਿਹੜਾ ਗਾਂਧੀ ਨਗਰ 'ਚ ਉਸ ਟਾਈਮ। ਉਹਨੇ ਉਹ ਕਿਤਾਬ, ਕਿਉਂਕਿ ਇਹਨਾਂ ਨੇ ਜ਼ਬਤ ਕਰ ਲਈ ਨਾਲ ਦੀ ਨਾਲ, ਤਾਂ ਰਾਜੀਵ ਸ਼ਾਹ ਨੇ ਉਹ ਕਿਤਾਬ ਪੜ੍ਹੀ ਸੀ ਖੁਦ। ਫਿਰ ਉਹਦੇ ਅੰਸ਼ ਜਿਹੜੇ ਸੀ ਉਹ ਦੱਸੇ ਕਿ ਆ ਫਲਾਣੇ ਪੇਜ ਤੇ, ਪੇਜ ਨੰਬਰ ਵੀ ਸ਼ਾਇਦ ਦਿੱਤਾ ਹੋਣਾ ਉਹਨਾਂ ਨੇ, 49 49 ਪੇਜ ਤੇ ਆ ਕੁਛ ਲਿਖਿਆ ਉੱਥੇ। ਤੇ ਜਦੋਂ ਤੁਸੀਂ ਜਾਣਦੇ ਹੋ, ਮੈਂ ਤਾਂ ਚਲੋ ਉਸ ਭਾਈਚਾਰਾ, ਕਿਉਂਕਿ ਮੇਰੇ ਲਈ ਉਹ ਸਤਿਕਾਰਯੋਗ ਭਾਈਚਾਰਾ ਹੈ ਜੋ ਸਫਾਈ ਨਾਲ ਜੁੜਿਆ, ਉਹਦੇ ਬਾਰੇ ਬਹੁਤ ਗਲਤ ਵਿਜ਼ਨ ਹੈ ਉਹਦਾ। ਟੋਟਲੀ ਜਿੱਦਾਂ ਕਹਿ ਲਓ ਕਿ ਮਨੂਵਾਦੀ ਵਿਚਾਰਧਾਰਾ ਜਿਹੜੀ ਉਹਦੀ ਪ੍ਰਗਟ ਹੁੰਦੀ ਆ ਉਸ ਸਟੇਟਮੈਂਟ 'ਚੋਂ। ਤਾਂ ਅੱਜ ਕੀ ਕੀਤਾ ਜਾ ਰਿਹਾ ਕਿ ਸ਼ੂਦਰ, ਅਛੂਤ, OBC ਜਾਂ SC ST, ਉਹਨਾਂ ਨੂੰ ਇੱਕੋ ਤੀਰ ਨਾਲ ਫੁੰਡਿਆ ਜਾ ਰਿਹਾ। ਇੱਕ ਦਾ ਰਿਜ਼ਰਵੇਸ਼ਨ ਖਤਮ ਕਰਕੇ, ਖੋ ਕੇ ਜਾਂ ਅੱਧ ਪਜੱਦਾ ਕਰਕੇ, ਦੂਜੇ ਦਾ ਜੋ ਜ਼ਮੀਨ ਤੇ ਥੋੜ੍ਹੀ ਬਹੁਤੀ ਖੁਸ਼ਹਾਲੀ ਹੈ। ਸੋ ਇਸ ਕਰਕੇ ਇੱਧਰ ਸਿੱਖਾਂ ਦਾ ਜਿਹੜਾ ਮਸਲਾ ਹੈ, ਸਿੱਖ ਇਹਨਾਂ ਲਈ ਹਮੇਸ਼ਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿੱਖ ਇਹਨਾਂ ਲਈ ਹਮੇਸ਼ਾ ਇਹਨਾਂ ਦੀ ਵਿਚਾਰਧਾਰਾ ਲਈ ਇੱਕ ਥ੍ਰੈਟ ਰਹੇ ਨੇ ਕਿ ਇਹ ਬੰਦੇ ਜਿਹੜੇ ਆ ਝੁਕਣ ਵਾਲੇ ਨੇ। ਤਾਂ ਜਦੋਂ ਇਸ ਤਰ੍ਹਾਂ ਦੇ ਬੰਦੇ ਹੁੰਦੇ, ਜਿਵੇਂ ਕਸ਼ਮੀਰੀ ਸੀ, ਉਹਨਾਂ ਨੂੰ ਸਪਰੈਸ ਕਰਨ ਲਈ 20 ਸਾਲ ਲੱਗੇ, ਨਹੀਂ ਹੋਏ। ਤਦ ਕੀ ਹੋਇਆ? ਉਹਨਾਂ ਦੀ ਪੋਲੀਟੀਕਲ ਪਾਵਰ ਇੱਕੋ ਝਟਕੇ 'ਚ ਖੋਲੇ। ਸਾਡੀ ਪੋਲੀਟੀਕਲ ਪਾਵਰ ਕੀ ਖੋਣਗੇ? ਸਾਡੇ ਕੋਲ ਤਾਂ MP ਸਾਰੇ 12 ਹੁੰਦੇ ਆ, 13। ਅਸੀਂ ਤਾਂ ਰਾਜੇ ਆ। ਸਾਡਾ ਕਿੱਲੇ 'ਚ ਕਿਸਾਨ ਖੜ ਗਿਆ, ਉਹ ਕਹਿੰਦਾ ਮੈਂ ਇੱਥੋਂ ਦਾ ਖੇਤਾਂ ਦਾ ਰਾਜਾ। ਅਸੀਂ ਤਾਂ ਟਰਾਲੀਆਂ 'ਤੇ ਲਿਖੇ ਹੁੰਦੇ, ਲਿਖੇ ਬੈਠੇ ਖੇਤਾਂ ਦੇ ਰਾਜੇ ਅਸੀਂ। ਤਾਂ ਉਹ ਕੀ ਹੈ ਕਿ ਉਹ ਤੁਹਾਡੀ ਇਕਨੋਮਿਕ ਪਾਵਰ ਖੋਣ ਜਾ ਰਿਹਾ। ਪੋਲੀਟੀਕਲ ਦੀ ਗੱਲ ਕਰੀਏ ਜੀ, ਜੇ ਆਪਾਂ ਪੋਲੀਟੀਕਲ ਵੱਲ ਜਾਈਏ ਤਾਂ ਇਹਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਲਿਆਉਣ ਵਾਲੇ ਕੌਣ ਬੰਦੇ ਨੇ? ਨਹੀਂ, ਉਹ ਦੇਖੋ ਕੋਈ ਵੀ ਹੋ ਸਕਦਾ। ਵੈਸੇ ਤਾਂ ਜੇ ਤੁਸੀਂ ਦੇਖੋਗੇ
ਤਾਂ ਜਨਸੰਘ ਤਾਂ ਸ਼ੁਰੂ ਤੋਂ ਹੀ ਸੀਗਾ ਨਾ 50 ਦੇ ਦਹਾਕੇ 'ਚ, ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਸਭ ਤੋਂ ਜ਼ਿਆਦਾ ਵਿਰੋਧ ਇਹਨਾਂ ਨੇ ਕੀਤਾ ਸੀਗਾ। ਹਿੰਦੂ ਮਹਾਸਭਾ ਪਹਿਲਾਂ ਹੀ ਇੱਥੇ ਐਗਜ਼ਿਸਟ ਕਰਦੀ ਸੀਗੀ, ਹਿੰਦੂ ਮਹਾਸਭਾ, ਫਿਰ ਇਹ ਆ ਗਏ ਜਨਸੰਘ, ਫਿਰ ਜਨਤਾ ਪਾਰਟੀ, ਭਾਰਤੀ ਜਨਤਾ ਪਾਰਟੀ। ਉਹ ਸੀਗੇ, ਕਮਾਲ ਦੀ ਗੱਲ ਹੈ। ਮੈਂ ਤੁਹਾਨੂੰ ਇਤਿਹਾਸ 'ਚ ਲੈ ਕੇ ਜਾਂਦਾ ਕਿ ਅਕਾਲੀ ਤਾਂ ਪਤਾ ਹੀ ਆਪਾਂ ਨੂੰ, ਉਹ ਗੱਠਜੋੜ ਪਹਿਲਾਂ ਇਹਨਾਂ ਦੇ ਖਿਲਾਫ ਉਹ ਮੋਰਚਾ ਲਾਉਂਦੇ ਸੀ ਤੇ ਮੁੜ ਕੇ ਇਹਨਾਂ ਦੇ ਨਾਲ ਹੀ ਰਲ ਕੇ ਸਰਕਾਰ ਬਣਾ ਲਈ। ਔਰ ਇੱਕ ਸਰਕਾਰ ਦੇ ਵਿੱਚ ਜਿਹੜੀ ਰਲਵੀਂ ਮਿਲਵੀਂ ਸਰਕਾਰ ਸੀ ਉਹਦੇ 'ਚ ਕਾਮਰੇਡ ਵੀ ਸੀ। ਦੇਖੋਗੇ ਤਾਂ ਇਸ ਤਰ੍ਹਾਂ ਦੇ ਆ ਮਾਇਆਵਤੀ ਹੋਰੀ, ਇਹ ਵੀ ਤਾਂ ਰਹੇ ਇਹਨਾਂ ਦੇ ਨਾਲ, ਮੁਲਾਇਮ ਸਿੰਘ ਵੀ ਰਿਹਾ, ਚਟਾਲੇ ਰਹੇ, ਚਟਾਲੇ ਹੁਣ ਰੋਂਦੇ ਆ ਕਿ ਅਸੀਂ ਲੈ ਕੇ ਆਏ ਸੀ, ਠਾਕਰੇ ਰੋਂਦੇ ਆ ਕਿ ਅਸੀਂ ਲੈ ਕੇ ਆਏ ਸੀਗੇ, ਆ ਜਿਹੜੇ ਕਸ਼ਮੀਰ ਵਾਲੇ ਇਹ ਰੋਂਦੇ ਆ। ਇਹ ਤੇ ਜਿੱਥੇ ਵੜ ਜਾਂਦੇ ਆ ਨਾ ਬਸ। ਪੰਜਾਬ ਦੇ ਵਿੱਚ ਕੌਣ ਰੋਂਦਾ ਫਿਰ? ਨਹੀਂ, ਪੰਜਾਬ ਦੇ ਵਿੱਚ ਦੇਖੋ ਅਕਾਲੀ, ਹੁਣ ਅਕਾਲੀਆਂ ਦੇ ਗਲ 'ਚ ਕੈਸਾ ਉਹਨਾਂ ਨੇ ਗੁਲਾਮਾਂ ਪਾ ਦਿੱਤਾ, ਸਿਆਪਾ ਪਾਤਾ। ਪਹਿਲਾਂ ਬਿੱਲਾਂ ਦੇ ਹੱਕ 'ਚ ਬੁਲਾ ਲੇ, ਮੁੜ ਕੇ ਜਦੋਂ ਉਹਨਾਂ ਨੂੰ ਸਮਝ ਲੱਗੀ ਖੇਡ ਦੀ ਕਿ ਤਾਂ ਬਹੁਤ ਨੁਕਸਾਨ ਹੋਏਗਾ, ਮੁੜ ਕੇ ਵਿਚਾਰਿਆਂ ਨੂੰ ਬਾਦਲ ਸਾਹਿਬ ਨੂੰ ਫੇਰ ਵੀਡੀਓ ਪਾਉਣੀ ਪਈ। ਤਾਂ ਇਹ ਵੀ ਤਾਂ ਕਹਿੰਦੇ ਆ ਕਿ ਹੁਣ ਦੇਖੋ ਆਫ ਦੀ ਰਿਕਾਰਡ ਤਾਂ ਕੱਲ੍ਹ ਦੇ ਵਿਚਾਰ ਹੁੰਦਾ ਹੈਗਾ, ਪਰ ਤੁਸੀਂ ਕਿਸੇ ਇਹਨਾਂ ਦੇ ਸੈਕੰਡ ਕਲਾਸ ਦਾ ਜਿਹੜਾ ਲੀਡਰ ਆ, ਸੈਕੰਡ ਕਲਾਸ ਤੋਂ ਬਾਅਦ ਸੈਕੰਡ ਕਤਾਰ ਦਾ ਲੀਡਰ ਆ ਜਿਹੜਾ, ਉਹਨੂੰ ਪੁੱਛੋ ਆਫ ਦੀ ਰਿਕਾਰਡ, ਉਹ ਤਾਂ ਪਿੱਟਦਾ ਕਿ ਬੇੜਾ ਗਰਕ ਕਰਤਾ ਸਾਡਾ ਇਹਨਾਂ ਨੇ। ਅਸੀਂ ਇਕੱਲੇ ਹੁੰਦੇ ਤਾਂ ਠੀਕ ਹੀ ਰਹਿੰਦੇ ਤੇ ਆਪਦੀ ਮਤਲਬ ਕਿ ਸੰਭਾਲਾ 'ਚ ਰਹਿੰਦੇ, ਸੁਰਤ 'ਚ ਰਹਿੰਦੇ ਕਿ ਹਾਂ ਭਾਈ। ਤੇ ਸਾਨੂੰ ਕੇਂਦਰ ਦਾ ਪਾਵਰ ਦਾ ਜਿਹੜਾ ਨਸ਼ਾ ਸੀ ਉਹ ਸਾਨੂੰ ਕਿਤੇ ਨਾ ਕਿਤੇ ਡੁਲਾ ਗਿਆ। ਇਹ ਕਹਿੰਦੇ ਨੇ ਇਹਨਾਂ ਦੇ ਲੀਡਰ। ਵਿਰਸਾ ਸਿੰਘ ਵਲਟੋਇਆ ਦੀ ਇੰਟਰਵਿਊ ਕਰ ਲਿਓ, ਗੱਲ ਛੇੜ ਲਿਓ, ਤੁਹਾਨੂੰ ਅੱਗੋਂ 50 ਗੱਲਾਂ ਸੁਣਾ ਦੂ ਇਸ ਬਾਰੇ। ਵਿਰਸਾ ਸਿੰਘ ਵਲਟੋਆ ਦੀ ਗੱਲ ਕਰ ਦਿੰਦਾ, ਉਹ ਪਿੱਛੇ ਜੇ ਆਪ ਵਿਵਾਦਾਂ ਦੇ ਵਿੱਚ ਰਹੇ ਨੇ, ਕਹਿੰਦੇ ਕਿ ਸਾਨੂੰ ਟਿਕਟ ਦੇਣਗੇ ਕਿ ਨਹੀਂ ਦੇਣਗੇ, ਉਹ ਆਪ। ਚਲੋ ਉਹ ਉਹਨਾਂ ਦਾ ਪੋਲੀਟੀਕਲ ਇਸ਼ੂ ਹੈ, ਉਹ ਪਾਰਟੀਆਂ ਦੇ ਅੰਦਰੂਨੀ ਮਸਲਾਤ ਹੁੰਦੇ ਆ, ਇਹਨਾਂ ਦਾ ਕੋਈ ਪਤਾ ਨਹੀਂ। ਮੇਰੇ ਗਵਾਂਢੀ ਇਹ ਬੜੇ ਚਲਾਕ ਆ, ਕੱਲ੍ਹ ਨੂੰ ਕਹਿ ਦੇਣ ਕਿ ਵੇਖੋ ਪਰਿਵਾਰਵਾਦ ਖਤਮ ਕਰਨ ਵਾਸਤੇ ਵਿਰਸਾ ਸਿੰਘ ਵਲਟੋਆ ਨੂੰ ਟਿਕਟ ਦਿੱਤੀ ਹੈ। ਹਰ ਇੱਕ ਚੀਜ਼ 'ਚੋਂ ਮਾਈਲੇਜ ਮਿਲ ਜਾਂਦੀ ਹੈ, ਸੰਭਾਵਨਾ ਰਹਿੰਦੀ ਹੈ ਰਾਜਨੀਤੀ 'ਚ। ਸੋ ਚਲੋ ਉਹਨਾਂ ਦਾ ਇੰਟਰਨਲ ਮਾਮਲਾ, ਉਹਦੇ 'ਤੇ ਤਾਂ ਆਪਾਂ ਨਹੀਂ, ਪਰ ਮੈਂ ਸਮਝਦਾ ਕਿ ਪੋਲੀਟੀਕਲ ਕਾਡਰ ਆ ਜਿਹੜਾ, ਮੈਂ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ, ਪਰ ਪੋਲੀਟੀਕਲ ਕਾਡਰ ਨੇ ਅੱਛਾ ਕੰਮ ਕੀਤਾ। ਦੇਖੋ ਇਸ ਐਜੀਟੇਸ਼ਨ 'ਚ ਕੀ ਅਕਾਲੀ ਉੱਥੇ ਨਹੀਂ ਮਿਲੇ ਹੋਣਗੇ ਤੁਹਾਨੂੰ ਦਿੱਲੀ 'ਚ, ਅਕਾਲੀ ਵੀ ਮਿਲੇ ਆ, ਕਾਂਗਰਸੀ ਵੀ ਮਿਲੇ ਹੋਣਗੇ ਤੁਹਾਨੂੰ, ਆਮ ਆਦਮੀ ਪਾਰਟੀ ਵਾਲੇ ਵੀ ਮਿਲੇ ਹੋਣਗੇ। ਮਤਲਬ ਕਿ ਪਾਰਟੀਆਂ ਦਾ ਕਾਡਰ ਹੈ ਜਿਹੜਾ, ਉਹ ਇਹਨਾਂ ਮਿੱਥਾਂ ਨੂੰ ਤੋੜ ਕੇ ਅੱਗੇ ਸੱਚੇ ਦਿਲੋਂ, ਹੇਠਲਾ ਬੰਦਾ ਜਿਹੜਾ ਕਿਸਾਨੀ ਨਾਲ ਜੁੜਿਆ, ਸੱਚੇ ਦਿਲੋਂ ਇਸ ਲੜਾਈ ਦੇ ਵਿੱਚ ਇਨਵੋਲਵ ਹੋਇਆ। ਇਹ ਆਪਾਂ ਨੂੰ ਦੇਖੋ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਚੰਗੀ ਨੂੰ ਚੰਗਾ ਕਹਿਣਾ ਚਾਹੀਦਾ। ਜੇ ਕਾਂਗਰਸੀਆਂ ਨੇ ਮਾੜਾ ਮੋਟਾ ਧਰਨਾ ਲਾਇਆ ਤੇ ਆਪਾਂ ਕਿਹਾ ਕਿ ਠੀਕ ਹੈ ਯਾਰ, ਚਲੋ ਇੱਕ ਸਿੰਬੋਲਿਕ ਪ੍ਰੋਟੈਸਟ ਤਾਂ ਹੋਇਆ ਸਾਡੇ ਹੱਕ 'ਚ। ਜੇ ਬੀਬਾ ਨੇ ਅਸਤੀਫਾ ਦਿੱਤਾ, ਮੈਂ ਕਹਿੰਦਾ ਉਹ ਵੀ ਠੀਕ ਆ, ਖਬਰ ਤੇ ਬਣੀ, ਉਦੋਂ ਤਾਂ ਸਾਡੀ ਖਬਰ ਹੀ ਨਹੀਂ ਸੀ ਲੱਗ ਰਹੀ। ਚਾਹੇ ਉਹ ਲੋਕਾਂ ਦਾ ਪ੍ਰੈਸ਼ਰ ਸੀਗਾ, ਚਾਹੇ ਉਹ ਪੋਲੀਟੀਕਲ ਡਿਮਾਂਡ ਸੀ ਉਸ ਸਮੇਂ ਦੀ, ਪਰ ਉਹ ਸਾਡੇ ਹੱਕ 'ਚ ਭੁਗਤਿਆ। ਤਾਂ ਇਹ ਸਾਡੀ ਜਿੱਤ ਹੈ, ਇਸ ਅੰਦੋਲਨ ਦੀ, ਇਸ ਐਜੀਟੇਸ਼ਨ ਦੀ ਜਿੱਤ ਹੈ ਕਿ ਅਸੀਂ, ਬਾਦਲ ਸਾਹਿਬ ਅਕਸਰ ਕਹਿੰਦੇ ਹੁੰਦੇ ਮੀਆਂ ਬੀਵੀ ਵਾਲਾ ਸਾਕ ਆ, ਅਸੀਂ ਤਾਂ ਉਹਨਾਂ ਦਾ ਵੀ ਉਹ ਕਰਤਾ ਨਾ। ਸੋ ਇਸ ਘੋਲ ਦੀ ਇਹ ਪ੍ਰਾਪਤੀਆਂ ਨੇ, ਇਹਨਾਂ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਹੁਣ ਚਲੋ ਦੇਖਦੇ ਅੱਗੇ 2022 'ਚ ਕੀ ਬਣਦਾ। 2022 ਦੀ ਗੱਲ ਕਰੀ ਆ ਗੁਰੂ ਸਾਹਿਬ ਜੀ, ਜੇ ਆਪਾਂ ਹੁਣ ਗੱਲ ਕਰੀਏ ਇੱਧਰਲੇ ਪਾਸੇ, ਇੱਥੇ ਵੀ ਉਹੀ ਲੋਕ ਬੈਠੇ ਨੇ ਜਿਹੜੇ ਰੈਲੀਆਂ ਜਾਂਦੇ ਨੇ, ਉਹ ਕਿਹੜੇ ਲੋਕ ਨੇ ਫਿਰ, ਉਹਨਾਂ ਨੂੰ ਕੀ ਕਹਾਂਗੇ? ਨਹੀਂ, ਇਹ ਚੀਜ਼ਾਂ ਤਾਂ ਰਹਿਣਗੀਆਂ, ਇਹ ਚੀਜ਼ਾਂ ਰਹਿਣਗੀਆਂ। ਮੈਂ ਅੱਗੇ ਕਿਹਾ ਸੀ ਇੱਕ ਵਾਰੀ, ਮੈਂ ਕਿਹਾ ਕਿ ਦਿੱਲੀੋਂ ਜਦੋਂ ਅਸੀਂ ਐਂ ਨੂੰ ਆ ਜਾਵਾਂਗੇ ਨਾ, ਡੱਬ ਵਾਲੀ ਲੰਘ ਆਵਾਂਗੇ ਜਾਂ ਖਨੌਰੀ ਟੱਪੇ ਆਵਾਂਗੇ ਜਾਂ ਸ਼ੰਭੂ ਟੱਪੇ ਆਵਾਂਗੇ, ਤੇ ਅਸੀਂ ਇੱਥੇ ਆ ਕੇ ਝੰਡਾ ਬਦਲ ਲੈਣਾ, ਸਾਡਾ ਰੰਗ ਬਦਲ ਜਾਣਾ। ਕਿਉਂਕਿ ਇੱਥੇ ਨਾ ਰਾਜਨੀਤਿਕ ਜਿਹੜਾ ਅੰਸ਼ ਹੈ ਉਹ ਸਾਡੀ ਜ਼ਹਿਨ ਦੇ ਵਿੱਚ ਬਹੁਤ ਗੂੜਾ ਹੈ। ਫਰਜ਼ ਕਰੋ ਅੱਜ ਵੀ ਕੋਈ ਕਾਂਗਰਸੀ ਹੈ ਤਾਂ ਉਹ ਕਾਂਗਰਸ ਨੂੰ ਹੀ ਤਵੱਜੋ ਦਿੰਦਾ ਹੈ ਕਿ ਬੇਸ਼ੱਕ ਉੱਤੇ ਸਰਕਾਰ ਨਹੀਂ ਹੈ, ਪਰ ਅਸੀਂ ਪੁਸ਼ਤੈਨੀ ਕਾਂਗਰਸੀ ਹਾਂ। ਕੋਈ ਅਕਾਲੀ ਹੈ ਤਾਂ ਉਹ ਕਹਿੰਦਾ ਪੁਸ਼ਤੈਨੀ ਅਕਾਲੀ ਹੈ। ਇਹ ਚੀਜ਼ਾਂ ਜਿਹੜੀਆਂ ਨੇ ਨਾ, ਉਹ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਵੋਟ ਮੁਖੀ ਰਾਜਨੀਤੀ ਦਾ ਮੁੱਢ ਬਣਦੀਆਂ। ਸਾਨੂੰ ਕੀ ਜ਼ਰੂਰਤ ਹੈ ਕਿ ਵਿਕਾਸ ਮੁਖੀ ਰਾਜਨੀਤੀ ਵੱਲ ਵਧੀਏ, ਕਿ ਸਮਾਜ ਪੜ੍ਹਿਆ ਲਿਖਿਆ ਹੋਵੇ, ਪਾਰਟੀ ਕੋਈ ਵੀ ਹੋਵੇ। ਹੁਣ ਯੂਰਪ ਦੇ ਵਿੱਚ ਤੁਸੀਂ ਦੇਖੋਗੇ, ਵਿਕਸਿਤ ਦੇਸ਼ਾਂ ਵਿੱਚ ਦੇਖੋਗੇ, ਉੱਥੇ ਗ੍ਰੀਨ ਪਾਰਟੀ ਵੀ ਹੈ, ਵਾਤਾਵਰਨ ਨੂੰ ਪਿਆਰ ਕਰਨ ਵਾਲੀ, ਤਾਂ ਉਹਨਾਂ ਨੂੰ ਵੋਟ ਵੀ ਪੈਂਦੇ ਨੇ। ਇੱਥੇ ਵੀ ਇਸ ਤਰ੍ਹਾਂ ਹੋ ਸਕਦਾ, ਕੋਈ ਕੱਲ੍ਹ ਨੂੰ ਕਿਸਾਨੀ ਨਾਲ ਜੁੜੀ ਧਿਰ ਨਿਕਲ ਆਵੇ, ਲੋਕ ਉਹਦੇ ਵੱਲ ਜ਼ਿਆਦਾ ਹੋ ਜਾਣ। ਪਰ ਮੇਰਾ ਮੰਨਣਾ ਹੈ ਕਿ ਪਾਰਟੀਆਂ ਜਿੰਨੀਆਂ ਮਰਜ਼ੀ ਆ ਜਾਣ, ਜਿਹੜੀ ਮਰਜ਼ੀ 'ਚ ਰਹੋ, ਹਰੇਕ ਦੀ ਵਿਚਾਰਧਾਰਾ ਆਜ਼ਾਦੀ ਹੈ ਨਾ, ਆਪਾਂ ਕਿਸੇ ਨੂੰ ਖਿੱਚ ਕੇ ਨਹੀਂ ਲਿਆ ਸਕਦੇ, ਪਰੰਤੂ ਤੁਹਾਡਾ ਜਿਹੜਾ ਦ੍ਰਿਸ਼ਟੀਕੋਣ ਹੈ, ਤੁਹਾਡਾ ਨਜ਼ਰੀਆ ਵਿਕਾਸ ਮੁਖੀ ਹੋਣਾ ਚਾਹੀਦਾ।
ਤੁਸੀਂ ਇਹ ਕਹੋ ਕਿ ਜਦੋਂ ਮੰਨ ਲਓ ਸਾਡੇ ਮੁੰਡੇ ਰੁਜ਼ਗਾਰ ਮੰਗਦੇ ਸੀ, ਲੰਬੀ 'ਚ ਬਹਿ ਕੇ ਡਾਂਗਾ ਖਾਂਦੇ ਸੀ, ਸਾਡੀਆਂ ਕੁੜੀਆਂ ਟੈਂਕੀਆਂ ਤੇ ਚੜ੍ਹਦੀਆਂ ਸੀ, ਤੇ ਜਦੋਂ ਇੱਕ ਵਫਦ ਗਿਆ ਸੀ, ਮੈਂ ਉਦੋਂ ਲੰਬੀ ਬੀਟ ਦੇ ਵਿੱਚ ਕੰਮ ਕਰਦਾ ਹੁੰਦਾ ਸੀਗਾ ਪ੍ਰਿੰਟ ਮੀਡੀਆ ਲਈ, ਤੇ ਇੱਕ ਵਫਦ ਗਿਆ ਕਿ ਬਾਦਲ ਸਾਹਿਬ ਸਾਡੀ ਗੱਲ ਸੁਣੋ, ਗੁਹਾਰ ਸੁਣੋ। ਬਾਦਲ ਸਾਹਿਬ ਚਲੋ ਕਹਿੰਦੇ ਕਿ ਹਾਂ ਦੱਸੋ। ਉਹ ਕਹਿੰਦੇ ਕਿ ਸਾਨੂੰ ਨੌਕਰੀ ਦਿਓ। ਉਹ ਕਹਿੰਦਾ ਨੌਕਰੀ ਤਾਂ ਹੈ ਨਹੀਂ ਗੀ, ਐਂ ਕਰੋ ਕਿ ਰੇਲ ਯਾਤਰਾ ਸ਼ੁਰੂ ਕੀਤੀ, ਉਹਦੇ ਤੇ ਚੜ੍ਹ ਜਾਓ, ਲਓ ਦੱਸੋ ਕਿੱਥੇ ਬੁੱਢੀ ਦਾ ਮਰਨਾ, ਕਿੱਥੇ ਹਾਲੋ ਕੁੜੂ, ਕਿ ਤੁਸੀਂ ਉੱਥੇ ਜਾ ਕੇ ਪ੍ਰਸ਼ਾਦਾ ਪਾਣੀ ਛਕਿਓ, ਤੁਹਾਡੇ ਲਈ ਮੁਫਤ ਰੇਲ ਯਾਤਰਾ। ਤਾਂ ਕੀ ਉਸ ਟਾਈਮ ਜਿਹੜਾ ਪਾਰਟੀ ਕਾਡਰ ਸੀ ਉਹ ਆਪਣੀ ਲੀਡਰਸ਼ਿਪ ਨੂੰ ਕਹਿ ਨਹੀਂ ਸੀ ਸਕਦਾ ਕਿ ਨਹੀਂ ਅਸੀਂ ਰਾਜ ਕਰ ਲਿਆ 9 ਸਾਲ 8 ਸਾਲ, ਹੁਣ ਮੌਕਾ ਹੈ ਕਿ ਅਸੀਂ ਰੁਜ਼ਗਾਰ ਦਈਏ ਨੌਜਵਾਨਾਂ ਨੂੰ, ਅਸੀਂ ਉਹਨਾਂ ਨੂੰ ਮੁਫਤ ਰੇਲ ਯਾਤਰਾ ਤੇ ਨਾ ਚੜਾਈਏ। ਯਾਦਗਾਰਾਂ ਠੀਕ ਆ, ਹੋਣੀਆਂ ਵੀ ਚਾਹੀਦੀਆਂ, ਮੈਂ ਉਹਦੀ ਵਿਰੋਧਤਾ ਨਹੀਂ ਕੋਈ ਕਰਦਾ, ਪਰ ਐਵੇਂ ਅਜਾਈ ਪੈਸਾ ਵਹਾ ਕੇ ਇੱਕ ਧਰਮ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਨਾ ਸਿਰਫ ਵੋਟ ਮੁਖੀ ਸੋਚ ਰੱਖ ਕੇ। ਜ਼ਰੂਰਤ ਤਾਂ ਇਹ ਸੀਗਾ ਕਿ ਸਕਿੱਲ ਸੈਂਟਰ ਬਣਾਏ ਜਾਂਦੇ, ਸਾਡੇ ਬੱਚੇ ਸਕਿਲਡ ਹੁੰਦੇ, ਰੁਜ਼ਗਾਰ ਪੈਦਾ ਹੁੰਦਾ ਗਾ, ਉਹ ਰੁਜ਼ਗਾਰ ਕਿਸੇ ਨੂੰ ਦਿੰਦੇ। ਤਾਂ ਉੱਥੇ ਕੀ ਹੈ ਕਿ ਇੱਕ ਕਾਡਰ ਜਿਹੜਾ ਹੈ ਉਹਦਾ ਨਜ਼ਰੀਆ ਮਹੱਤਤਾ ਰੱਖਦਾ ਕਿ ਭਾਈ ਤੁਸੀਂ ਇਹ ਰੌਂਗ ਕਰ ਰਹੇ ਹੋ, ਸਾਨੂੰ ਇਸ ਤਰ੍ਹਾਂ ਦੇ ਨਾਗਰਿਕ ਪੈਦਾ ਕਰਨੇ ਪੈਣਗੇ, ਠੀਕ ਹੈ ਨਾ, ਤਾਂ ਹੀ ਬਦਲਵੀਂ ਰਾਜਨੀਤੀ ਆਏਗੀ, ਨਹੀਂ ਤਾਂ ਬਦਲਵੀਂ ਧੜੇਬੰਦੀ ਤਾਂ ਆਈ ਜਾਣੀ ਹੈ। ਆਮ ਆਦਮੀ ਪਾਰਟੀ 'ਚੋਂ ਇੱਕ ਹੋਰ ਨਿਕਲ ਆਈ, ਉਹਨਾਂ 'ਚੋਂ ਗਾਂ ਇੱਕ ਹੋਰ ਨਿਕਲ ਆਇਆ, ਉਹ ਤਾਂ ਆਈ ਜਾਏਗਾ। ਜਦ ਤੱਕ ਸਾਡੇ ਨਾਗਰਿਕ ਵਿਕਾਸ ਮੁਖੀ ਤਰਜੀਹਾਂ ਜਿਹੜੀਆਂ ਉਹ ਅਮਲ 'ਚ ਨਹੀਂ ਲਿਆਉਂਦੇ, ਤਾਂ ਮੇਰੇ ਖਿਆਲ ਦੇ ਨਾਲ ਇਹ ਰਾਜਨੀਤੀ ਨਿਕਲਣੀ ਵੀ ਨਹੀਂ, ਤਾਂ ਚੁੱਲ੍ਹਿਆਂ ਤੱਕ ਚੜੀ ਹੋਈ ਹੈ। ਤੁਸੀਂ ਗੱਲ ਕਰੀ ਹੈ ਜੀ ਬੇਰੁਜ਼ਗਾਰਾਂ ਦੀ। ਬੇਰੁਜ਼ਗਾਰ ਹੁਣ ਸੰਗਰੂਰ ਦੇ ਵਿੱਚ ਬੈਠੇ ਨੇ ਧਰਨ ਵਾਲੇ, ਉਹਨਾਂ ਨੂੰ ਕਿਵੇਂ ਦੇਖਦੇ ਹੋਗੇ? ਹੁਣ ਸੰਗਰੂਰ ਦੇ ਵਿੱਚ ਉਹਨਾਂ ਪਾਣੀ ਦੀਆਂ ਵਿਛਾੜਾਂ ਚੱਲ ਰਹੇ ਨੇ। ਮੈਂ ਕਹਿੰਦਾ ਜੀ, ਮੈਂ ਤਾਂ ਹਰੇਕ ਬੇਰੁਜ਼ਗਾਰ ਦੇਖਦਾ, ਜਿਹੜਾ ਰੁਜ਼ਗਾਰ ਮੁਖੀ ਹੈ ਕਿ ਉਹ ਸੌਖਾ ਹੈ। ਮੈਂ ਤੁਹਾਨੂੰ ਕੀ ਦੱਸਾਂ ਕਿ ਮੇਰੇ ਦੋਸਤ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਿਤਾਬਾਂ 'ਚ ਹੀ ਗਾਲਤੀ, ਉਹਨਾਂ ਨੂੰ 8000 ਕਿਸੇ ਨੂੰ 7000 ਦੀ ਤਨਖਾਹ ਮਿਲਦੀ ਹੈ। ਕਹਿਣੋ ਮਾਸਟਰ ਨੇ, ਮਾਸਟਰ ਜੀ ਮਾਸਟਰ ਜੀ ਮਾਸਟਰ ਜੀ ਮਾਸਟਰ। ਹੁਣ ਤੁਸੀਂ ਖੰਡ 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 ਕਹੀ ਜਾਓ, ਮੂੰਹ ਮਿੱਠਾ ਹੋ ਜੂ। ਮਾਸਟਰ ਜੀ ਮਾਸਟਰ ਜੀ 8000 ਨਾਲ ਗੁਜ਼ਾਰਾ ਹੁੰਦਾ, ਉਹ ਕਿਹੜਾ ਰੁਜ਼ਗਾਰ ਹੈ? ਇਸੇ ਤਰ੍ਹਾਂ ਬੇਰੁਜ਼ਗਾਰਾਂ ਦੀ ਤਾਂ ਫੌਜ ਹੈ ਸਾਡੇ। ਇੰਡੀਆ ਦਾ ਹਾਲ ਇਹ ਹੈ ਕਿ 45 ਸਾਲ ਦੀ ਹਾਈਐਸਟ ਅਨਇੰਪਲੋਇਮੈਂਟ ਦਰ ਆਪਾਂ ਦੇਖੀ ਹੈ। ਅੱਜ ਵੀ ਸਾਡੀ ਮੇਰੇ ਖਿਆਲ ਦੇ ਨਾਲ ਬੇਰੁਜ਼ਗਾਰੀ ਦਰ 7-8 ਤੋਂ ਘੱਟ ਨਹੀਂ ਹੈਗੀ, ਅੰਕੜੇ ਜੋ ਮਰਜ਼ੀ। ਸਾਡੇ ਪੰਜਾਬ ਦੀ ਇਹ ਤੋਂ ਵੀ ਜ਼ਿਆਦਾ ਹੈ। ਸਾਡੀ ਸਾਨੂੰ ਬਚਾਈ ਖੜੀ ਹੈ ਖੇਤੀ, ਹੁਣ ਉਹ ਵੀ ਤਬਾਹ ਕਰੂਗੀ, ਕਿਉਂਕਿ ਖੇਤੀ ਇੱਕ ਐਡਾ ਵੱਡਾ ਰੁਜ਼ਗਾਰ ਹੈ ਕਿ ਹਰ ਪਾਸਿਓਂ ਨਿਰਾਸ਼ ਹੋ ਜਾਵੇ ਬੰਦਾ ਤੇ ਕਹਿੰਦਾ ਚੱਲ ਖੇਤੀ ਤੇ ਕਰ ਹੀ ਲੈਣੀ ਹੈ, ਨਾ ਹੋਇਆ ਠੇਕੇ ਲੈ ਕੇ ਕਰ ਲਊਂਗਾ, ਤਾਂ ਉਹ ਵੀ ਰੁਜ਼ਗਾਰ ਖੁੱਸ ਗਿਆ ਤੇ ਬਿਲਕੁਲ ਹੀ ਬਦਹਾਲੀ ਹੋ ਜਾਏਗੀ। ਮੈਂ ਕਹਿੰਦਾ ਕਿ ਇਹੋ ਜਿਹੇ ਦੋਗਲੇ ਰਾਜਨੀਤਿਕ ਬੰਦੇ ਆ ਸਾਡੇ ਕਿ ਗੱਲਾਂ ਹੀ ਛੱਡ ਦਿਓ। ਪਹਿਲਾਂ ਤਾਂ ਕਹਿੰਦੇ ਸੀਗੇ ਕਿ ਬੇਰੁਜ਼ਗਾਰੀ ਭੱਤਾ ਦੇਵਾਂਗੇ, 2500 ਕਿਹਾ ਸੀ ਇਹਨਾਂ ਨੇ, ਇੱਕ ਵੀ ਪੈਸਾ ਨਹੀਂ ਰੱਖਿਆ ਬੇਰੁਜ਼ਗਾਰੀ ਭੱਤੇ ਵਾਸਤੇ, ਆ ਜਿਹੜਾ ਬਜਟ ਗਿਆ। ਦੂਜੀ ਗੱਲ ਆ ਕਿ ਜੇ ਬੇਰੁਜ਼ਗਾਰ ਆਉਂਦੇ ਆ ਜਾਂ ਮਾਸਟਰ ਆਉਂਦੇ ਆ ਤਾਂ ਉਹਨਾਂ ਤੇ ਡਾਂਗਾ ਮਾਰੀਆਂ ਜਾਂਦੀਆਂ। ਜੇ ਕਿਸਾਨ ਚੜ੍ਹ ਕੇ ਆਉਂਦੇ ਆ ਜਿਨ੍ਹਾਂ ਦੀ ਵੋਟ ਜ਼ਿਆਦਾ, ਉਹਨਾਂ ਨੂੰ ਕਹਿੰਦੇ ਲੰਘ ਜਾਓ, ਰਾਸ਼ਨ ਪਾਣੀ ਵੀ ਦਿੰਦੇ ਆ। ਦੋਗਲਾ ਪੈਮਾਨਾ ਨਹੀਂ। ਤੁਸੀਂ ਬਜਟ ਦੀ ਗੱਲ ਕਰੀ ਆ, ਬਜਟ ਦੇ ਵਿੱਚ ਤਾਂ ਇਹਨਾਂ ਨੇ ਹੁਣ ਕਿਹਾ ਵੀ ਪੀਆਰਟੀਸੀ ਬੱਸਾਂ ਦੇ ਵਿੱਚ ਸਫ਼ਰ ਵੀ ਫ੍ਰੀ ਕਰਤਾ। ਉਹ ਕਿਹੜੀਆਂ ਗੱਲਾਂ ਨੇ ਭਾਜੀ। ਦੇਖੋ ਚਲੋ ਜਿਹੜੀਆਂ ਜਨਤਕ ਬੱਸ ਸਰਵਿਸ ਹੁੰਦੀ ਹੈ ਨਾ, ਜਨਤਕ ਦਾ ਮਤਲਬ ਕੀ ਹੈ? ਜਨਤਾ ਲਈ, ਉਹ ਮੁਨਾਫੇ ਲਈ ਨਹੀਂ ਹੁੰਦੀ। ਇਹ ਜਨਤਕ ਸੈਕਟਰ ਨੂੰ ਖਤਮ ਤਾਂ ਹੀ ਤਾਂ ਕਰ ਰਹੇ ਨੇ ਕਿ ਪ੍ਰਾਈਵੇਟ ਪਲੇਅਰ ਆ ਜਾਣ, ਜਨਤਾ ਨੂੰ ਜੋ ਸਹੂਲਤਾਂ ਸਰਕਾਰ ਦਿੰਦੀ ਹੈ ਖਤਮ ਹੋ ਜਾਣ। ਮੈਂ ਉਸ ਚੀਜ਼ ਦੇ ਵਿਰੋਧ ਦੇ ਵਿੱਚ ਨਹੀਂ ਹਾਂ ਕਦੇ, ਮਾਫ ਕਰਨਾ, ਕਿ ਇਸ ਤਰ੍ਹਾਂ ਜਿਹੜਾ ਜਨਤਕ ਸੈਕਟਰ ਉਹ ਜਨਤਾ ਦਾ, ਉਹ ਮੁਨਾਫੇ ਲਈ ਨਹੀਂ ਹੈ। ਮੁਨਾਫੇ ਲਈ ਤੇ ਉਹ ਹੈਗੇ ਸਾਡੇ ਕੋਲ 2 ਬੰਦੇ, ਉਹਨਾਂ ਦੇ ਘਰੇ ਤੁਰਿਆ ਜਾਂਦਾ, ਜਾਂ ਉਹਨਾਂ ਵਰਗੇ 200 ਹੋਰ ਹੋਣਗੇ। ਜਨਤਕ ਸੈਕਟਰ ਬਾਹਰਲੇ ਮੁਲਕਾਂ 'ਚ ਵੀ ਜੇ ਤੁਸੀਂ ਦੇਖੋਗੇ ਨਾ, ਉਹਨਾਂ ਦੀਆਂ ਬੱਸਾਂ ਹੈਗੀਆਂ ਇੱਦਾਂ ਦੀਆਂ, ਸਿਟੀ ਬੱਸ ਸਰਵਿਸ ਉਹਨਾਂ ਦੀ ਵੀ ਹੁੰਦੀ ਹੈ, ਜਾਂ ਕਈ ਥਾਵਾਂ ਤੇ ਇੱਦਾਂ ਆਪਣੇ ਜਿਵੇਂ ਰੇਲ ਚੱਲਦੀ ਹੈ, ਰੇਲ ਦੀ ਸਰਵਿਸ ਵੀ ਇੱਦਾਂ ਜਨਤਕ ਸੈਕਟਰ ਦੀ ਹੈ। ਤਾਂ ਇਹ ਸਹੂਲਤਾਂ ਜਨਤਾ ਦੇ ਵਾਸਤੇ ਹੁੰਦੀਆਂ ਨੇ, ਉਹਦੇ 'ਚ ਕੋਈ ਚੱਕਰ ਨਹੀਂ। ਮੈਂ ਕਹਿੰਦਾ ਸਾਰਿਆਂ ਨੂੰ ਫ੍ਰੀ ਕਰ ਦੇਣ ਭਾਵੇਂ, ਕੋਈ ਦਿੱਕਤ ਨਹੀਂ। ਪਰ ਰੌਲਾ ਇਹ ਆ, ਜਦੋਂ ਆਪਾਂ ਇਹਨਾਂ ਨੂੰ ਇਹ ਪੁੱਛਾਂਗੇ ਕਿ ਹਾਂ ਭਾਈ ਯਾਰ ਤੁਸੀਂ 5 ਸਾਲਾਂ 'ਚ ਕੀ ਕਰਿਆ, ਆਰਥਿਕਤਾ ਨੂੰ ਮਜ਼ਬੂਤ ਕਰਨ ਵਾਸਤੇ ਜਾਂ ਆਰਥਿਕ ਵਸੀਲੇ ਪੈਦਾ ਕਰਨ ਵਾਸਤੇ ਤੁਸੀਂ ਕੀ ਕਰਿਆ, ਤੁਹਾਨੂੰ ਇਹ ਬੰਦੇ ਜਵਾਬ ਪਤਾ ਕੀ ਦੇਣਗੇ? ਅਸੀਂ ਜੀ ਸ਼ਰਾਬ ਦੇ ਠੇਕੇ ਪਹਿਲਾਂ ਇੰਨੇ 'ਚ ਜਾਂਦੇ ਸੀ, ਇੰਨੇ 'ਚ ਦੇਤੇ, ਆਹ ਕਮਾਈ ਹੈ ਇਹਨਾਂ ਦੀ। ਮਤਲਬ ਕਿ ਜਿੰਨੀ ਜ਼ਿਆਦਾ ਸ਼ਰਾਬ ਪੀਓਗੇ ਉਨੀ ਸਰਕਾਰ ਮਜ਼ਬੂਤ ਹੈ। ਅੱਛਾ, ਫੇਰ ਕਹਿਣਗੇ ਕਿ ਅਸੀਂ ਸਟਾਂਪ ਡਿਊਟੀ ਇੰਨੀ ਕਰਤੀ ਜੀ, ਔਰ ਉਹ ਯਾਰ ਉਹਦਾ ਕੀ, ਉਹ ਤਾਂ ਲੋਕਾਂ ਦਾ ਹੈ। ਸ਼ਰਾਬ ਵੀ ਲੋਕਾਂ ਨੇ ਪੀਤੀ ਤੇ ਟੈਕਸ ਵੀ ਲੋਕਾਂ ਨੇ ਪੇ ਕੀਤੇ, ਤੁਸੀਂ ਕੀ ਕੀਤਾ? ਐਕਸਟਰਾ ਕਮਾਈ ਤੁਸੀਂ ਕਿੱਦਾਂ ਕੀਤੀ? ਬਜਟ ਦੇ ਵਿੱਚ ਮਾਫ ਕਰਨਾ ਕੁਝ ਨਹੀਂ, ਕਰਜ਼ਾ ਚੜਾ ਕੇ ਇਹ ਚੱਲੇ ਆ, ਦੂਜਾ ਆ ਜਾਊਗਾ ਕਰਜ਼ਾ ਚੜਾ ਕੇ ਉਹ ਨਿਕਲ ਜੂਗਾ। ਇਹਨਾਂ ਨੇ ਤੇ ਖੇਡ ਬਣਾਈ ਆ
ਉਹ ਖੇਡੀ ਜਾਂਦੇ ਆ, ਖੁੱਲੀ ਖੇਡ ਹੈ, ਕੁਛ ਨਹੀਂ ਬਜਟ ਦੇ ਵਿੱਚ ਇਹਨਾਂ ਚੀਜ਼ਾਂ ਦੀ। ਤਾਂ ਚਲੋ ਠੀਕ ਆ, ਮੈਂ ਨਖੇਦੀ ਨਹੀਂ ਕਰਦਾ, ਸਿਫਤ ਕਰਦਾ ਕਿ ਜਨਤਕ ਸੈਕਟਰ ਦੇ ਵਿੱਚ ਜਨਤਾ ਲਈ ਸਹੂਲਤਾਂ ਹੋਣ, ਕੋਈ ਮਾੜੀ ਗੱਲ ਨਹੀਂ। ਪਰ ਤੁਸੀਂ ਕਰਜ਼ਾ ਘਟਾਉਣ ਲਈ ਕੀ ਕੀਤਾ, ਤੁਸੀਂ ਆਪਣੀ ਕਮਾਈ ਵਧਾਉਣ ਲਈ ਕੀ ਕੀਤਾ? ਔਰ ਸਭ ਤੋਂ ਵੱਡੀ ਗੱਲ ਆ ਕਿ 6-6 ਪੈਨਸ਼ਨਾਂ ਤੁਸੀਂ ਲੈ ਰਹੇ ਹੋ। ਕਰੋਨਾ ਦੇ ਵਿੱਚ ਹਰਿਆਣੇ ਵਾਲਿਆਂ ਨੇ ਜਦੋਂ ਸਾਰੇ ਆਪਾਂ ਘਰਾਂ 'ਚ ਤੜੇ ਸੀ, ਇਹਨਾਂ ਨੇ ਕੋਠੀਆਂ ਮੁਰੰਮਤ ਕਰਾਈਆਂ ਤੇ ਜਿਹੜਾ ਬਜਟ ਰੱਖਿਆ ਸੀਗਾ ਉਹਦੇ ਨਾਲੋਂ ਵੀ ਵੱਧ ਬਜਟ ਯੂਜ਼ ਕੀਤਾ। ਸਾਡੇ ਵਾਲਿਆਂ ਨੇ ਵੀ ਇਹੀ ਕੀਤਾ ਸੀ। ਮਨਪ੍ਰੀਤ ਬਾਦਲ ਇੱਕ ਵਾਰੀ ਤਾਂ ਕਹਿੰਦਾ ਸੀਗਾ ਕਿ ਦੇਖੋ ਜੀ ਅਸੀਂ ਖਰਚੇ ਘਟਾਵਾਂਗੇ, ਤੇ ਜਦੋਂ ਇਹਨਾਂ ਦੇ ਦਫ਼ਤਰ ਬਣੇ ਆ ਉਹ ਕੱਢ ਕੇ ਦੇਖ ਲਓ, RTI ਪਾ ਕੇ ਦੇਖ ਲਓ ਕਿ ਜਦੋਂ ਇਹ ਆਏ ਆ ਸਰਕਾਰ 'ਚ ਕੁਰਸੀ ਕਿੰਨੇ ਦੀ ਲਈ, ਇੱਕ ਕਲੀ ਕਿੰਨੇ ਦੀ ਕਰਾਈ ਆ ਘਰਾਂ ਨੂੰ ਇਹਨਾਂ ਨੇ। ਸੋ ਇਹ ਰਾਜਨੀਤੀ ਜਿਹੜੀ ਹੈ ਨਾ, ਉਹਦਾ ਸਾਰਾ ਸਿਸਟਮ ਹੀ ਗੰਦਲਾ ਹੈ। ਬਜਟ ਤਾਂ ਹੀ ਵਧੀਆ ਆਊਗਾ, ਲੋਕ ਪੱਖੀ ਆਊਗਾ, ਜੇ ਉਹਨੂੰ ਬਣਾਉਣ ਵਾਲੇ ਜਾਂ ਉਹਦੇ ਵਾਸਤੇ ਵਸੀਲੇ ਪੈਦਾ ਕਰਨ ਵਾਲੇ ਵਧੀਆ ਹੋਣਗੇ, ਜ਼ਹੀਨ ਲੋਕ ਹੋਣਗੇ। ਅੱਜ ਫੇਰ ਜਿਹੜਾ ਕਰੋਨਾ ਦਾ ਇਤਿਹਾਸ ਦੁਹਰਾ ਰਿਹਾ। ਮਾਰਚ ਮਹੀਨੇ ਦੇ ਵਿੱਚ ਹੀ ਲੋਕਡਾਊਨ ਲੱਗਿਆ ਸੀ, ਅੱਜ ਫੇਰ ਲੋਕਡਾਊਨ ਨੈਟ ਕਰਫਿਊ ਲਾ ਦਿੱਤਾ, ਕਿਵੇਂ ਦੇਖਦੇ ਹੋ? ਇਹ ਤਾਂ ਡੇ ਲੋਕਡਾਊਨ ਵੀ ਲਾ ਦੇਣਗੇ, ਬਸ ਇਹਨਾਂ ਦੀ ਪੇਸ਼ ਨਹੀਂ ਚੱਲਦੀ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਵੈਕਸੀਨ ਜਿਹੜੀ ਹੈ ਉਹ ਇਸ ਸਾਲ ਸ਼ੁਰੂ ਹੋਈ ਹੈ। ਜਿਸ ਦਿਨ ਇਹਨਾਂ ਨੇ ਹਿੰਦੁਸਤਾਨ ਟਰੈਕਟਰ ਦੀ ਕਾਠੀ ਤੇ ਬਹਿ ਕੇ ਮਾਰਚ ਕੱਢਿਆ ਸੀ, ਰਾਹੁਲ ਗਾਂਧੀ ਜਿਹੜਾ ਹਿੰਦੁਸਤਾਨ ਦੀ ਸੀਟ ਤੇ ਤਾਂ ਨਹੀਂ ਬੈਠਾ ਅਜੇ ਤੱਕ ਪ੍ਰਧਾਨ ਮੰਤਰੀ ਬਣ ਕੇ, ਪਰ ਹਿੰਦੁਸਤਾਨ ਟਰੈਕਟਰ ਦੀ ਸੀਟ ਤੇ ਬਹਿ ਗਿਆ, ਉਦੋਂ ਕਿੰਨੇ ਕੇਸ ਸੀ? ਡਾਟਾ ਕੱਢ ਲਓ, 1400-1500 ਕੇਸ ਮਿਲੂ। ਤੇ ਜਿੱਦਣ 250 ਸੀ ਉਦੋਂ ਕਹਿੰਦੇ ਵੀ ਵੱਧ ਗਿਆ ਵੱਧ ਗਿਆ ਵੱਧ ਗਿਆ। ਅੱਛਾ, ਪਹਿਲੀ ਗੱਲ ਤਾਂ ਇਹ ਹੈ ਕਿ 1400 ਤੋਂ 250 ਆਇਆ ਕਿਵੇਂ? ਵੈਕਸੀਨ ਤਾਂ ਹੈ ਹੀ ਨਹੀਂ, ਵੈਕਸੀਨ ਤੇ ਹੁਣ ਲਵਾਈ ਜਾਂਦੇ ਹੋ, ਕਿਵੇਂ ਘਟ ਗਿਆ ਦੱਸੋ ਤੇ ਸਹੀ। ਫਿਰ ਸਾਡਾ 2-2 ਲੱਖ ਬੰਦਾ ਉੱਥੇ ਬੈਠਾ ਤੇ ਬਜ਼ੁਰਗ ਬੈਠੇ ਨੇ, ਉਹ ਨੈਚੁਰਲੀ ਡੈਥ ਕਰਕੇ ਮਰੇ ਜਾਂ ਐਕਸੀਡੈਂਟ 'ਚ ਮਰੇ ਜਾਂ ਜਿੱਦਾਂ ਮਰਜ਼ੀ ਸ਼ਹੀਦ ਹੋਏ, ਪਰ ਕਰੋਨਾ ਨਾਲ ਤਾਂ ਇੱਕ ਵੀ ਨਹੀਂ ਸਾਡਾ ਬਾਬਾ ਗੁਜ਼ਰਿਆ। ਕੀ ਗੱਲ ਹੈ, ਕਰੋਨਾ ਉਹਨਾਂ ਤੇ ਦਿਆਲ ਹੋ ਗਿਆ। ਨਰਿੰਦਰ ਮੋਦੀ ਦੇ ਸਟੇਡੀਅਮ ਦੇ ਵਿੱਚ, ਨਾਂ ਵੀ ਆਪਦੇ ਨਾਂ ਤੇ ਰਖਾ ਲਿਆ, ਨਰਿੰਦਰ ਮੋਦੀ ਦੇ ਸਟੇਡੀਅਮ ਦੇ ਵਿੱਚ ਤੀਜੇ T20 ਤੱਕ 110,000 ਦੀ ਕਪੈਸਿਟੀ ਆ, ਉਹ 1,10,000 ਦੀ 60,000 ਸੀਟਾਂ ਟੈਸਟ ਮੈਚ ਖੋਲੀਆਂ ਸੀ ਤੇ T20 'ਚ ਫੁੱਲ ਕਰਤਾ ਕੰਮ। 1 ਲੱਖ ਬੰਦੇ ਨੂੰ ਉੱਥੇ ਕਰੋਨਾ ਨਹੀਂ ਹੋਇਆ। ਆ ਜਿਹੜਾ ਹੈਗਾ ਉੱਤਰਾਖੰਡ ਦਾ ਨਵਾਂ ਚੀਫ ਮਿਨਿਸਟਰ ਬਣਿਆ ਤੀਰਥ ਸਰਾਵਤ, ਉਹ ਇਹ ਕਹਿੰਦਾ ਕਿ ਰਿਪੋਰਟ ਲਿਆਉਣ ਦੀ ਵੀ ਲੋੜ ਨਹੀਂ, ਕੁੰਭ ਤੇ ਆ ਜਾਓ, ਉੱਦਾਂ ਹੀ ਆ ਜਾਓ। ਤੇ ਕੁੰਭ ਤੇ ਪਿਛਲੀ ਵਾਰੀ 7 ਕਰੋੜ ਬੰਦਾ ਇਕੱਠਾ ਹੋਇਆ ਸੀ, ਐਤਕੀ ਅਪ੍ਰੈਲ 'ਚ ਫੇਰ ਕੁੰਭ ਆ। ਮਾਫ ਕਰਨਾ, ਮੈਂ ਕਿਸੇ ਹਿੰਦੂ ਆਸਥਾ ਨੂੰ ਉਹ ਨਹੀਂ ਕਰ ਰਿਹਾ, ਟਾਰਗੇਟ ਨਹੀਂ ਕਰ ਰਿਹਾ। ਮੇਰੇ ਕਹਿਣ ਦਾ ਮਤਲਬ ਹੈ, ਫੈਕਚੁਅਲੀ ਗੱਲ ਹੈ ਕਿ ਐਤਕੀ 22 ਕਰੋੜ ਦਾ ਟੀਚਾ, ਤੇ ਉਹ 22 ਕਰੋੜ ਕਰੋਨਾ ਮੁਕਤ ਹੋਣਗੇ ਜਾਂ ਕਰੋਨਾ ਉਹਨਾਂ ਨਾਲ ਨਹੀਂ ਫੈਲੇਗਾ। ਉਹ ਤਾਂ ਪੂਰੇ ਦੇਸ਼ ਨੂੰ ਛੱਡੋ, ਉਹ ਤਾਂ ਅੱਧੀ ਦੁਨੀਆ ਨੂੰ ਲੈ ਜਾਣਗੇ। ਸੋ ਉੱਥੇ ਨਾਗਪੁਰ ਦੇ ਵਿੱਚ ਲੋਕਡਾਊਨ ਆ, ਕੁੰਭ ਦੇ ਵਿੱਚ ਕਹਿੰਦੇ ਕਿ ਨੈਗੇਟਿਵ ਵੀ ਆ ਜਾਓ, ਪੋਜ਼ਿਟਿਵ ਵੀ ਆ ਜਾਓ, ਖੁੱਲੀ ਖੇਡ ਹੈ। ਇਹ ਕੀ ਹੈ? ਬੰਗਾਲ ਦੇ ਵਿੱਚ ਵੀ ਵੋਟਾਂ ਹੋ ਰਹੀਆਂ ਨੇ, ਵੋਟਾਂ ਦੇ ਤਾਂ ਨੇੜੇ ਨਹੀਂ ਲੱਗਦਾ ਕਰੋਨਾ। ਬਿਹਾਰ 'ਚ ਕੀ ਹੋਇਆ ਸੀ, ਪੰਜਾਬ 'ਚ ਕੀ ਹੋਇਆ? ਆਪਣੇ ਵੀ ਤਾਂ 40 ਲੱਖ ਵੋਟਰ ਨੇ ਵੋਟ ਪਾਈ, 40 ਲੱਖ 'ਚੋਂ ਲਾ ਲਓ ਕਿ 70% ਨੇ ਵੋਟ ਕਾਸਟ ਕੀਤੀ ਹੈ, ਕਿੰਨਾ ਹੋ ਗਿਆ? 60 ਲੱਖ ਗੁਜਰਾਤ ਦੇ ਵਿੱਚ ਵੋਟਰ ਸੀਗਾ, ਨਾਲ ਹੀ ਆਪਣੇ ਗੁਜਰਾਤ 'ਚ ਚੋਣ ਹੋਈ ਸੀ 1-2 ਦਿਨ ਪਹਿਲਾਂ ਜਾਂ ਬਾਅਦ 'ਚ ਹੋਈ ਆ, ਤਾਂ ਉੱਥੇ ਵੀ ਦੇਖ ਲਓ ਕਰੋਨਾ ਨਹੀਂ ਵੜਿਆ। ਹੁਣ ਕਰੋਨਾ ਜਿਹੜਾ ਹੈ ਨਾ, ਇਹਦਾ ਤਾਂ ਬਸ ਇਹੀ ਹੈ ਕਿ ਰੋਣਾ ਹੀ ਹੈ, ਹੋਰ ਕੁਛ ਨਹੀਂ ਹੈ। ਟੈਸਟਿੰਗ ਵਧਾ ਦਿਓ, ਕਰੋਨਾ ਵੱਧ ਜਾਣਾ, ਟੈਸਟਿੰਗ ਘਟਾ ਦਿਓ, ਕਰੋਨਾ ਘਟ ਜਾਣਾ। ਡਾਕਟਰ ਅਮਰ ਸਿੰਘ ਆਜ਼ਾਦ ਰੱਖਦੇ ਆ, ਫੈਕਟ ਰੱਖਦੇ, ਉਹਨਾਂ ਦਾ ਜਵਾਬ ਕੋਈ ਦਿੰਦਾ ਹੀ ਨਹੀਂ ਸਰਕਾਰ 'ਚੋਂ। ਨਾਲੇ ਕਹਿੰਦੇ ਤੁਹਾਡੇ ਗਵਾਂਢੀ ਸੁਖਬੀਰ ਬਾਦਲ ਨੂੰ ਹੋ ਗਿਆ ਕਰੋਨਾ। ਚਲੋ ਕਰੋਨਾ, ਉਹ ਕਿਹੜੀ ਕਿਸੇ ਨੇ ਰਿਪੋਰਟ ਵੇਖੀ ਆ ਕਿ ਕਰੋਨਾ ਆਇਆ? ਉਹਨਾਂ ਟਵੀਟ ਹੀ ਕੀਤਾ, ਟਵੀਟ ਮੈਂ ਹੁਣ ਬਹਿਣਾ, ਚਲੋ ਮੰਨ ਲਓ ਰੈਸਟ ਕਰਨੀ ਹੈ, ਤਾਂ ਮੈਂ ਵੀ ਕਹਿ ਦਿੰਦਾ ਯਾਰ ਮੈਨੂੰ ਵੀ ਕਰੋਨਾ ਹੋ ਗਿਆ। ਤੇ ਚੰਗਾ ਕੰਮ ਹੈ ਵੈਸੇ, ਜੇ ਕਿਸੇ ਨੇ ਛੁੱਟੀ ਵੀ ਲੈਣੀ ਹੈ ਤਾਂ ਮਤਲਬ ਹੈ ਕਿ ਜਿਵੇਂ ਰੰਧਾਵਾ ਸਾਹਿਬ ਦੀ ਰਿਪੋਰਟ ਜਿਹੜੀ ਉਹ 1 ਦਿਨ 'ਚ 3 ਵਾਰੀ ਬਦਲ ਗਈ, ਤੇ ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਤਾਂ ਹੋ ਜਾਂਦਾ। ਲੱਸੀ ਪਾਣੀ ਦੇ ਦਿਓ, ਤੇ ਹਥਿਆਰਾਂ ਵਾਸਤੇ ਕਹਿੰਦੇ ਲਾਇਸੈਂਸਾਂ ਵਾਸਤੇ ਡੋਪ ਟੈਸਟ ਜਿਹੜਾ ਉਹ ਜ਼ਰੂਰੀ ਹੈ, ਤੇ ਉੱਥੇ ਰੇਟ ਰੱਖਤਾ, ਕਹਿੰਦੇ ਕਿ ਇੰਨੇ 'ਚ ਡੋਪ ਟੈਸਟ ਹੈ ਜਿਹੜਾ ਤੁਹਾਡਾ ਨੈਗੇਟਿਵ ਕਰ ਦਿਆਂਗੇ। ਤੇ ਅਗਲਾ ਕਹਿੰਦਾ ਜੇ ਇੰਨੇ ਦੇਵਾਂ ਤੇ ਪਿਸ਼ਾਬ, ਉਹ ਕਹਿੰਦੇ ਪਿਸ਼ਾਬ ਅਸੀਂ ਆਪ ਹੀ ਕਰ ਦਿਆਂਗੇ, ਘਰੋਂ ਲਿਆਉਣ ਦੀ ਵੀ ਲੋੜ ਨਹੀਂ ਹੈਗੀ। ਜਦੋਂ ਰੇਟ ਵੱਜੇ ਆ ਤੇ ਫਿਰ ਤੇ ਮੁਲਾਜ਼ਮ ਵੀ ਸੋਚਦਾ ਹੋਊਗਾ ਕਿ ਯਾਰ ਪੋਜ਼ਿਟਿਵ ਕਰ ਲਈਏ, ਰਹਿਣਾ ਤਾਂ ਘਰੇ ਹੀ ਆ, 14 ਦਿਨ ਦੀ ਛੁੱਟੀ ਹੋ ਜਾਊਗੀ, ਸਿਆਪਾ ਮੁੱਕੂਗਾ, VIP ਡਿਊਟੀ ਦਿਓ, ਆ ਦਿਓ। ਇਹ ਤਾਂ ਦੇਖੋ, ਇੱਕ ਰਿਪੋਰਟ 3 ਵਾਰੀ ਬਦਲੀ ਗਈ, ਔਰ ਮੰਤਰੀ ਦੀ ਉਹਦੇ ਤਾਂ ਕੋਈ ਜਵਾਬ ਹੈ ਕਿ ਕੀ ਚੱਲ ਰਿਹਾ? ਕਿਸੇ ਨੂੰ ਪੋਜ਼ਿਟਿਵ ਆ ਜਾਂਦਾ, ਨੈਗੇਟਿਵ ਆ ਜਾਂਦਾ। ਹੁਣ ਸੁਖਬੀਰ ਸਿੰਘ ਬਾਦਲ ਦਾ ਤਾਂ ਮੈਨੂੰ ਪਤਾ ਨਹੀਂ ਕਿਹੜੀ ਲੈਬ 'ਚੋਂ ਕਰਵਾਇਆ ਉਹਨਾਂ ਨੇ, ਪਰ ਵਧੀਆ 14 ਦਿਨ ਰੈਸਟ ਕਰਨਗੇ, ਟੈਲੀਵਿਜ਼ਨ ਦੇਖਣਗੇ,
ਤੇ ਨਵੇਂ ਸਿਰੇ ਤੋਂ ਫਿਰ ਲਾਮਬੰਦੀ ਕਰਨਗੇ ਕਿ ਹੁਣ ਐਤਕੀ ਕਿਹੜੇ ਇਲਾਕੇ ਦੇ ਵਿੱਚ ਜਾ ਕੇ ਉਮੀਦਵਾਰ ਲਾਉਣਾ। ਨਾਲ ਫਿਰ ਬਲਟੋਹਾ ਸਾਹਿਬ ਵੀ ਸੀ ਉਦੋਂ ਜਦੋਂ ਉਹਨਾਂ ਨੂੰ ਕਰੋਨਾ ਪੋਜ਼ਿਟਿਵ ਆਉਂਦਾ। ਉਹ ਤਾਂ ਫਿਰ ਨਹੀਂ ਜੇ ਤਾਂ ਫਿਰ ਤੁਸੀਂ ਟਰੇਸ ਕਰਨਾ ਸਾਰਾ ਤੇ ਜਲਾਲਾਬਾਦ ਵਾਲੇ ਵੀ ਲੈ ਲਓ 30,000 ਤੇ 30 ਹੋ ਗਿਆ 60 ਤੇ VIP ਆਪਣੇ ਸੁੱਖ ਨਾਲ ਬਹੁਤ ਨੇ ਪੰਜਾਬ 'ਚ। 2-4 ਹਜ਼ਾਰ VIP ਵੀ ਆਇਆ ਹੋਊਗਾ ਜਿਨ੍ਹਾਂ ਨੇ ਪ੍ਰਧਾਨ ਜੀ ਕਹਿ ਕੇ ਜੱਫੀਆਂ ਪਾਈਆਂ ਹੋਣਗੀਆਂ। ਸਾਰੇ ਲੈ ਲਓ ਫਿਰ ਲਾਈਨ 'ਚ 70,000 ਟੈਸਟ ਕਰ ਲਓ ਇੱਕੇ ਦਿਨ ਤੇ ਦੇਖੋ ਫਿਰ ਕਰੋਨਾ ਦੁਨੀਆ 'ਚ ਮੇਰੇ ਖਿਆਲ ਦੇ ਨਾਲ ਛਾਲ ਕਿਵੇਂ ਮਾਰਦਾ। ਕਿਉਂਕਿ ਮੈਂ ਜਿਵੇਂ ਕਿਹਾ ਕਿ ਟੈਸਟਿੰਗ ਜਿਵੇਂ ਵਧੂਗੀ ਤਾਂ ਉਹ ਵਧਣਾ ਹੈ, ਉਹਦਾ ਨਤੀਜਾ ਵਧੂਗਾ। ਖੈਰ ਇਹ ਕਿਸੇ ਨੇ ਕੀ ਕਰਨਾ, ਹੁਣ ਤੁਸੀਂ ਦੇਖਦੇ ਹੋ ਰੈਲੀਆਂ ਹੋ ਰਹੀਆਂ। ਕਿਸਾਨ ਨੂੰ ਕਹੋ ਤੁਸੀਂ ਕਿ ਕਰੋਨਾ ਆਹੀ ਗੱਲ ਆਹੀ ਸਵਾਲ ਕਰੋਨਾ ਦਾ ਕਿਸੇ ਕਿਸਾਨ ਨੂੰ ਕਰ ਦਿਓ, ਉਹ ਕਹਿੰਦਾ ਕਿ ਯਾਰ ਉਹਨੇ ਪਤਾ ਨਹੀਂ ਕਦੋਂ ਮਾਰਨਾ, ਇਹ ਤਾਂ ਸਾਨੂੰ ਹੁਣ ਮਾਰ ਰਹੇ ਆ। ਸੋ ਇਸ ਕਰਕੇ ਕਰੋਨਾ ਜਿਹੜਾ ਉਹ ਦੂਜੀ ਗੱਲ ਹੈ। ਇਸ ਵੇਲੇ ਗੋਲ ਰੋਟੀ ਜਿਹੜੀ ਆ ਉਹ ਪਹਿਲੀ ਕਹਿ ਲਓ ਕਿ ਇਸ ਟਾਈਮ। ਮਿੰਟੂ ਜੀ ਇੱਕ ਜੇ ਆਪਾਂ ਗੱਲ ਕਰੀਏ ਤਾਂ ਹੁਣ ਰੇੜਕਾ ਚੱਲ ਰਿਹਾ ਸੀ ਕਾਫੀ ਲੰਮੇ ਸਮੇਂ ਤੋਂ ਨਵਜੋਤ ਸਿੱਧੂ ਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ। ਅੱਜ ਕਹਿੰਦੇ ਉਹਨਾਂ ਨੂੰ ਖਾਣੇ ਤੇ ਬੁਲਾਇਆ ਗਿਆ, ਉਸ ਨੂੰ ਕਿਵੇਂ ਦੇਖਦੇ ਹੋ? ਖਾਣਾ ਨਹੀਂ ਕਹਿੰਦੇ, ਚਾਹ ਆ, ਕੱਲੀ ਚਾਹ ਦੇਣੀ ਆ। ਹੁਣ ਚਾਹ ਦੇ ਨਾਲ ਉਹਨੂੰ ਮੱਠੀ ਦਿੰਦੇ ਆ, ਸਮੋਸਾ ਦਿੰਦੇ ਆ ਕਿ ਜਾਂ ਢੋਡਾ ਮਠਿਆਈ ਦਿੰਦੇ ਆ, ਪਤਾ ਨਹੀਂ। ਉਹਨੇ ਖਾ ਲੈਣਾ ਖਾਣ ਪੀਣ ਦਾ ਸ਼ੌਕੀਨ ਹੈ ਉਹ ਪੂਰਾ ਸਿੱਧੂ ਸਾਹਿਬ। ਤੇ ਜਿਹੜੀ ਚੀਜ਼ ਚਾਹ ਦੇ ਨਾਲ ਮਿਲ ਗਈ ਜਾਣੀ ਉਹ ਬੀਬੀ ਨਵਜੋਤ ਕੌਰ ਸਿੱਧੂ ਨੂੰ ਤਾਂ ਮਿਲ ਗਈ ਆ, ਉਹਨੂੰ ਜਾਟ ਨਹੀਂ ਬਣਾਤਾ ਉਹਨਾਂ ਨੇ, ਜਾਟ ਮਹਾਂਸਭਾ ਦਾ ਕਹਿੰਦੇ ਉਹ ਬਣਾਤੀ ਆ ਅਹੁਦੇਦਾਰ। ਤੇ ਇੱਕ ਅੱਧਾ ਕਲਗੀ ਵਾਲਾ ਕੰਮ ਉਹਨੂੰ ਕਰ ਦੇਣਗੇ, ਠੀਕ ਹੈ। ਫਿਰ ਉਹ ਜਿਹੜਾ ਪੰਜਾਬ ਸੀ ਨਾ ਜਿੱਤੇਗਾ ਪੰਜਾਬ, ਉਹ ਫਿਰ ਜਿੱਤ ਜਾਣਾ ਪੰਜਾਬ, ਗੱਲ ਖਤਮ ਹੈ। ਆਖਰ ਦੇ ਵਿੱਚ ਤੁਹਾਡੇ ਕੋਈ ਦਿਮਾਗ ਦੇ ਵਿੱਚ ਕੋਈ ਗੱਲ ਹੋਵੇ ਉਹ ਰੱਖਣੀ ਹੋਵੇ ਦਰਸ਼ਕਾਂ ਦੇ ਸਾਹਮਣੇ? ਨਹੀਂ ਮੇਰੇ ਦਿਮਾਗ 'ਚ ਇੱਕੋ ਗੱਲ ਹੈ ਇਸ ਵੇਲੇ। ਚਲੋ ਸਰਖਾਵ TV ਹੈ ਜਿਹੜਾ ਉਹ ਚਲੋ ਲਾਈਟ ਮੋਡ 'ਚ ਗੱਲਾਂ ਕਰਦੇ ਆ ਤਾਂ ਵਧੀਆ, ਠੀਕ ਹੈ। ਇਸ ਤਰ੍ਹਾਂ ਦੀ ਪੱਤਰਕਾਰਤਾ ਵੀ ਹੋਣੀ ਚਾਹੀਦੀ ਹੈ ਕਿ ਬੜੇ ਲਾਈਟ ਮੋਡ 'ਚ ਗੱਲਬਾਤ ਜਿਹੜੀ ਹੈ ਉਹ ਜਾਣੀ ਚਾਹੀਦੀ ਆ, ਕਿਉਂਕਿ ਅਸੀਂ ਸਾਰੇ ਆਖਰ ਦੇ ਵਿੱਚ ਤਾਂ ਪੰਜਾਬੀ ਆ ਨਾ, ਭੈਣ ਭਰਾਵਾਂ। ਪਰ ਮੇਰੇ ਖਿਆਲ ਦੇ ਨਾਲ ਇਹ ਗੱਲਾਂ ਅੱਜ ਦੂਜੇ ਪੌੜ 'ਤੇ ਨੇ, ਦੂਜੇ ਦਰਜੇ 'ਤੇ ਨੇ ਜੋ ਅਸੀਂ ਕਰ ਰਹੇ ਹਾਂ। ਮੈਂ ਵੀ ਤੁਹਾਨੂੰ ਬੇਨਤੀ ਕਰੂੰਗਾ ਜ਼ਾਤੀ ਤੌਰ 'ਤੇ ਕਿ ਸਾਡੀ ਜਿਹੜੀ ਪਹਿਲੀ ਗੱਲ ਹੋਣੀ ਚਾਹੀਦੀ ਆ ਉਹ ਇਹ ਲੜਾਈ ਹੋਣੀ ਚਾਹੀਦੀ ਆ। ਅਸੀਂ ਵੱਧ ਤੋਂ ਵੱਧ ਜਾਣਕਾਰੀ, ਹੁਣ ਦੇਖੋ ਆ ਮੇਰੇ ਕੋਲ ਫਾਈਲ ਬਣੀ ਪਈ ਆ, ਕੋਈ ਮੇਰੀ ਗੱਲ ਹੀ ਨਹੀਂ ਸੁਣਦਾ ਕਿ ਕੀ ਕੁਛ ਆ। ਜੇ ਉੱਥੇ ਵੀ ਦੱਸਣ ਲੱਗਦਾ ਮੇਰਾ ਪਜਾਮਾ ਖਿੱਚਣ ਲੱਗ ਜਾਂਦੇ ਸਟੇਜ ਸੈਕਟਰੀ, ਤੇ ਮੈਂ ਲੋਕਾਂ ਨੂੰ ਕਹਿੰਦਾ ਬਚਾਓ ਮੇਰਾ ਚੀਰਾ ਰਣ ਹੋ ਜਾਣਾ ਜੇ ਸਟੇਜ ਤੇ, ਗੱਲ ਹੀ ਨਹੀਂ ਕਰਨ ਦਿੰਦਾ ਕੋਈ। ਸਾਡੇ ਕੋਲ ਖੁੱਲਾ ਟਾਈਮ ਆ, ਸਾਨੂੰ ਦੱਸ ਦਿਓ। ਨਹੀਂ ਮੇਰੇ ਕਹਿਣ ਦਾ ਮਤਲਬ ਆ, ਗੱਲ ਇਹ ਆ ਕਿ ਚਲੋ ਹੁਣ ਤੁਹਾਡਾ ਮੈਂ ਇੰਨਾ ਸਮਾਂ ਮੈਂ ਨਹੀਂ ਜਾਇਆ ਕਰਨਾ ਚਾਹੁੰਦਾ। ਦੇਖੋ ਆਹ ਚੀਜ਼ਾਂ ਨੇ, ਤੁਸੀਂ ਦੇਖ ਲਓ, ਆਹ ਦੇਖ ਲਓ ਕਿ ਕੀ ਹੈ ਇਹਦੇ ਵਿੱਚ। ਕੱਲਾ ਅਧਿਆਏ, ਕੱਲਾ ਚੈਪਟਰ ਨੋਟ ਕਰਕੇ ਰੱਖਿਆ, ਨੁਕਤਾ ਨੰਬਰ ਫਲਾਂ ਟਮਕਾ, ਹੈ ਨਾ। ਮੈਂ ਕਹਿੰਦਾ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਅਸੀਂ 6 ਮਹੀਨੇ ਲਾ ਕੇ ਸਟੱਡੀ ਕਰਕੇ ਇਹ ਚੀਜ਼ਾਂ ਕੱਢੀਆਂ ਨੇ, ਇਹ ਚੀਜ਼ਾਂ ਅੱਗੇ ਜਾਣੀਆਂ ਚਾਹੀਦੀਆਂ। ਉਦਾਹਰਨ ਦੇ ਦੇਣਾ ਮੈਂ ਤੁਹਾਨੂੰ, ਤੁਹਾਡੇ ਜਿਹੜੇ ਦਰਸ਼ਕ ਆ, ਆਹ ਹੁਣ ਦੇਖੋ ਤੁਸੀਂ ਇੱਥੇ ਇਹਨੂੰ ਕੈਮਰੇ ਦੇ ਸਾਹਮਣੇ ਵੀ ਦਿਖਾ ਦਿਓ। ਆਹ ਚੀਜ਼ਾਂ ਨੇ ਪੰਜਾਬੀ 'ਚ ਹੈ, ਇਹ ਅੰਗਰੇਜ਼ੀ 'ਚ ਨੇ, ਵੈਸੇ ਬਿੱਲ ਹਿੰਦੀ 'ਚ ਨੇ। ਮੈਂ ਪੰਜਾਬੀ 'ਚੋਂ ਲੱਥਾ ਕੀਤਾ ਇਹਨਾਂ ਦਾ, ਖੁਦ ਲੱਥਾ ਕੀਤਾ, ਖੁਦ ਮਿਹਨਤ ਕੀਤੀ ਆ। ਆਹ ਦੇਖੋ ਇਹਦੇ 'ਚ ਚੈਪਟਰ 5 ਆ ਜਿਹੜਾ ਕਾਨੂੰਨ ਹੈ ਨਾ ਇਹਨਾਂ ਦਾ, ਕਿਸਾਨੀ ਉਪਜ ਵਣਜ ਅਤੇ ਵਪਾਰ ਆਰਡੀਨੈਂਸ ਜਿਹੜਾ ਸੀਗਾ, ਜਿਹੜਾ ਬਾਅਦ 'ਚ ਬਿੱਲ ਬਣ ਗਿਆ, ਹੈ ਨਾ। ਉਹਦਾ ਆਹ ਨੁਕਤਾ ਦੇਖੋ, ਆ ਤੁਸੀਂ ਵੀ ਪੜ੍ਹ ਲਓ। ਚੈਪਟਰ 5 'ਚ ਨੁਕਤਾ 19 ਉਪਬੰਧ 1, 19 ਪੁਆਇੰਟ ਦਾ ਉਪਬੰਧ 1 ਕੀ ਕਹਿੰਦਾ? ਸੂਬਿਆਂ ਦਾ ਕਾਨੂੰਨ 'ਚ ਕੋਈ ਦਖਲ ਨਹੀਂ ਹੈ। ਜੇ ਵਪਾਰੀ ਨੂੰ ਕੋਈ ਅੜਚਨ ਹੈ ਜਾਂ ਕਿਸਾਨ ਦੀ ਢਿਬਰੀ ਟਾਈਟ ਕਰਨੀ ਹੈ ਕਹਿ ਲਓ, ਤਾਂ ਸਾਰਾ ਅਧਿਕਾਰ ਸੰਸਦ ਦੇ ਕੋਲ ਹੈ। ਪਰ ਕਮਾਲ ਦੀ ਗੱਲ ਹੈ ਕਿ ਕੇਂਦਰ ਸਿੱਧਾ ਪੱਤਰ ਜਾਰੀ ਕਰਕੇ ਵਪਾਰੀ ਦੀ ਅੜਚਨ ਦੂਰ ਕਰ ਸਕਦਾ। ਇਹ ਚੈਪਟਰ 5 ਦੇ ਵਿੱਚ ਹੈ ਜਿਹੜਾ ਐਕਟ ਬਣਾਇਆ ਨਾ। ਯਾਰ ਕਿਸਾਨ ਨੂੰ ਤੁਸੀਂ ਇੰਨਾ ਮਾਰ ਰਹੇ ਹੋ ਕਿ ਉਹ ਅਦਾਲਤ ਵੀ ਨਹੀਂ ਜਾ ਸਕਦਾ, ਤੇ ਸੈਂਟਰ ਜਿਹੜਾ ਹੈ ਉਹ ਇੱਕ ਪੱਤਰ ਜਾਰੀ ਕਰਕੇ ਵਪਾਰੀ ਦੀ ਅੜਚਨ ਦੂਰ ਕਰ ਸਕਦਾ। ਕਮਾਲ ਦੀ ਗੱਲ ਹੈ। ਫਿਰ ਅੱਗੇ ਕੀ ਕਹਿੰਦਾ ਕਿ ਦੇਖੋ ਜਿਹੜੀ ਇਹਨਾਂ ਦੀ ਸੱਥ ਹੈ ਵਪਾਰੀਆਂ ਦੀ, ਸ਼ੇਅਰ ਬਾਜ਼ਾਰ, ਇਹ ਹੈਗਾ ਮੇਰੇ ਖਿਆਲ ਦੇ ਨਾਲ ਚੈਪਟਰ 5 ਦਾ 16ਵਾਂ ਪੁਆਇੰਟ ਹੈ ਜਿਹੜਾ ਕਹਿੰਦੇ ਆ ਕਿ ਸ਼ੇਅਰ ਬਾਜ਼ਾਰ ਨੂੰ ਕਿਸੇ ਵੀ ਪ੍ਰਭਾਵ ਤੋਂ ਮੁਕਤ ਰੱਖਿਆ ਜਾਂਦਾ ਐਕਟ ਦੇ ਮੁਤਾਬਿਕ। ਹੁਣ ਸ਼ੇਅਰ ਬਾਜ਼ਾਰ ਦੇ ਵਿੱਚ ਕੀ ਹੁੰਦਾ ਹੈ ਕਿ ਕੰਪਨੀਆਂ ਲਿਸਟਡ ਹੁੰਦੀਆਂ ਨੇ, ਲਿਸਟਡ ਹੋ ਗਈਆਂ ਕੰਪਨੀਆਂ। ਜਿਵੇਂ ਫਰਜ਼ ਕਰੋ ਭੰਗੂ ਦੀ ਕੰਪਨੀ ਸੀ, ਜੇ ਉਹ ਇਨਵੈਸਟਰਾਂ ਦਾ ਪੈਸਾ ਮਾਰ ਕੇ ਭੱਜੀ ਉਹਦੇ ਤੇ ਕਾਰਵਾਈ ਹੋ ਗਈ ਨਾ। ਅੰਦਰ ਬੈਠਾ ਉਹ ਬੰਦਾ, ਤੇ ਕਿੱਥੇ ਉਹਦੀ ਪਰਲ ਕਲੋਨੀ 'ਚ ਕੈਪਟਨ ਵੀ ਆ ਕੇ ਰੈਲੀ ਕਰਦਾ ਸੀ, ਸੁਖਬੀਰ ਵੀ ਕਰਦਾ ਸੀ, ਇੱਕ ਦਿਨ ਦੇ ਫਰਕ ਨਾਲ, 2 ਦਿਨ ਦੇ ਫਰਕ ਨਾਲ। ਅੱਜ ਕਿੱਥੇ ਉਹ ਅੰਦਰ ਬੈਠਾ,
क्यों? क्योंकि सेबी ने कार्रवाई की। सेबी एक इन्हां दी कह लो कि एक ऐसी संस्था है जिहड़ी कार्रवाई करती है जे कोई आर्थिक बेनियमी हुंदी है शेयर बाजार च लिस्टड कंपनी ते। इत्थे की है कि व्यापारी दा जिहड़ा शेयर बाजार आ वो मुक्त कर दिता गया। कमाल दी गल है, बहुत कुछ है इहदे च तां लभण वालीआं गल्लां ने, लोकां नूं दस्सण वालीआं गल्लां ने कि आ एक चीज़ होर देखो ना, नोट करो तुसीं कि 20,000 दी पेनल्टी है और SDM ਜਿਹੜਾ ਇਹਨਾਂ ਦਾ एरियर रेवेन्यू एक्ट है ਉਹਦੇ ਮੁਤਾਬਕ ਵਸੂਲੀ ਕਰ ਸਕਦਾ ਯਾਨੀ ਕੁਰਕੀ ਕਰ ਸਕਦਾ SDM ਮੰਨ ਲਓ ਤੇ ਜੇ ਤੁਸੀਂ ਨਹੀਂ ਭਰਦੇ 20,000 ਦੀ ਪੈਨਲਟੀ ਹੈ, ਠੀਕ ਹੈ ਨਾ, 20,000 ਦੀ ਨਾ ਫਸਲ ਵੇਚੀ ਮੰਨ ਲਓ 20,000 ਦੀ, ਪਰ ਪੈਨਲਟੀ ਕਿੰਨੀ ਹੈ? ਘੱਟ ਤੋਂ ਘੱਟ 25,000 ਦੀ, 25,000 ਦੀ, ਤੇ ਜਿਹੜੀ 5 ਲੱਖ ਤੱਕ ਜਾਣੀ ਹੈ। ਤੇ ਉਹਦੇ 'ਚ ਕੀ ਹੈ ਕਿ ਜੇ ਨਾ ਕੋਈ ਭਰੇ ਤਾਂ 5,000 ਰੁਪਇਆ ਇੱਕ ਦਿਨ ਦਾ, ਇੱਕ ਦਿਨ ਦਾ मतलब कि किसान नहीं भज सकता। किसान भजूगा तो 5,000 की पर डे की पेनल्टी है, 5 लाख तो बाद भी। फसल चाहे उन्हें 10,000 की भी बेची है, फसल भावें 20,000 की बेची है, पेनल्टी मिनीमम किन्ने की है? 25,000 की, जी 5 लाख तक जानी है। तो जे तां भी नहीं दिंदा 5,000 पर डे का पैना। पर जे व्यापारी है, व्यापारी पैन कार्ड से खरीदूगा, जे क्योंकि वो तो रजिस्टर्ड ही है नहीं। जे कल नूं नस गया ਉਹਨੂੰ ਫੜਨ ਲਈ ਕੁਛ ਨਹੀਂ। ਆ ਦੇਖੋ ਇਹ ਚੀਜ਼ਾਂ ਜਾਣੀਆਂ ਚਾਹੀਦੀਆਂ। ਆ ਦੇਖੋ ਹੋਰ ਤੁਸੀਂ ਇਹਨੂੰ ਐਕਟ ਨੂੰ ਜਦੋਂ ਪੜ੍ਹੋਗੇ ਇਹ ਸਾਰਾ ਜਿਹੜਾ ਆ ਸ਼ਬਦ ਹੈ ਨਾ ETTP ਇਲੈਕਟ੍ਰੋਨਿਕ ਟ੍ਰੇਡਸ ਐਂਡ ਟ੍ਰਾਂਜੈਕਸ਼ਨ ਪਲੇਟਫਾਰਮ, ਇਹ ਸਾਰਾ ਹੀ ਇਹਦੇ ਦੁਆਲੇ ਆ ਕਿ ਇਸ ਮੰਤਵ ਨਾਲ ਬਣਾਇਆ ਗਿਆ, ETTP ਦੇ ਮੰਤਵ ਨਾਲ। ਹੁਣ ETTP ਤੇ ਕੀ ਆ, ਇਹਦੀ ਵਿਆਖਿਆ ਹੈਗੀ ਆ ਅਧਿਆਇ 2 ਤੇ ਚੈਪਟਰ 2 ਤੇ ਨੁਕਤਾ ਨੰਬਰ 4 ਹੈ, ਭਾਗ ਪਹਿਲਾ। ਉਹਦੇ 'ਚ ਕੀ ਕਹਿੰਦੇ ਆ? ਇਹ ਕਹਿੰਦੇ ਆ ਕਿ मतलब कि व्यापारी है जिहड़ा, जिवें मैं तुहानूं अगे दस्सिया कि ETTP की वरतों करदे सब कुछ कर सकदा, पर कमाल की गल आ कि इंडिविजुअली किसान जिहड़ा वो ETTP नहीं बना सकदा। एक व्यापारी खुले रूप दे विच बिना रजिस्ट्रेशन तो, बिना किसी मंजूरी तो वो खरीदो फरोख्त कर सकदा, पर किसान ETTP नहीं वरत सकदा। यार इदों वड्डी धक्केशाही कित्थे होएगी किसान नाल, और खास तौर पर उस कित्तेदार नाल जिहदी गिणती जिहड़ी 50 करोड़ के करीब इस मुल्क च, जिहड़ा करोना काल दे विच भी तुहानूं बचा के रखी बैठा है। उहदी GDP ग्रोथ है जिहड़ी वो 3.4 रहिंदी है, दूजी माइनस च हो गई, डिग पई। जिवें जिवें दाड़ी वध रही है प्रधान सेवक दी, उवें GDP साडी घट रही है। ये पता नहीं की इतफाक है। कोहली भी जिवें जिवें दाड़ी वधाई जाता सी तिवें तिवें उहदी बैटिंग घट रही सी, हुण थोड़ा सूत आया कम। तो कहण दा मतलब ये आ कि एडा धक्का यार, एडा धक्का किसानी दे नाल, एडा धक्का मैं समझदा कि सानू ये गल करनी चाहिए है कि इस देश का, चलो अपना पंजाबी बंदा, मैं जिवें अगे कहा, या साडे जिहड़े सिख ने बहु गिणती च इत्थे वो बहुत लड़न वाले लोग ने, पंजाबी बागी तबीयत वाले लोग ने, पर तुसीं ये सोचो कि साडे कोल ते लैंड जिहड़ी आ 1.5-2% होनी है कुल, ते बाकी किहदी जानी है? गरीब हिंदू दी। वो तो बोल ही नहीं रहा, ते लड़न उन्हें तो पता ही नहीं इन्हां चीज़ों का कि हो की रहा। वो तो बस इको जिवें अंध भगती का नशा है, बस भारत माता की जय, भारत माता की जय, नरेंद्र मोदी नमो 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 नमो। उन्होंने तो इन्हां चीज़ों का पता ही नहीं, क्योंकि साडे इत्थे लिटरेसी ज़्यादा है, साडे लोग ज़्यादा पढ़े लिखे ने, साडे लोग छेती इकट्ठे हो जाते हैं। साडी किसानी एकता बड़ी एक मिसाली है। मजदूर बेचारा क्यों रगड़िया गया? मजदूरों लिए भी कानून लिया इन्होंने, 8 घंटिया की शिफ्ट 12 की करती। मजदूर बेचारे जिहड़े इन्ने इकट्ठे नहीं हैगे, एकता नहीं हैगी। सो इस करके पंजाबियों ने तो रौला पा लिया, हरियाणे वालियां नूं भी कुछ मिलदा सीगा, रौला पा लिया, वैसटर्न यूपी वाले ने भी रौला पा लिया, पर दूजा किसान तो रगड़िया जाऊगा ना। आ दस दो तुसीं कि किस पक्ष तो ये जिहड़े आ ये कानून किसान पक्खी है। आ वेखो एक चीज़ होर तुहानूं दसदा, इंटरस्टिंग है। मान लो डिस्प्यूट हो जाता है, डिस्प्यूट हो जाता है तो SDM ने एक समझौता बोर्ड नियुक्त करना है। समझौता बोर्ड च भी की है कि फर्ज करो तुसीं व्यापारी हो, मैं किसान हाँ, जे मेरा एक वकील होगा तो एक ही उन्हों का होगा, जे मैं 2 करूँगा तो 2 ही उन्हों के होने, 2 तो वध नहीं हो सकते, बरोबर ही रहणगे। पर मेरे 2 वकील किहड़े होणगे? वो तो बेचारे मेरे शहर के होने, तो उत्थों तो हो सकता दिल्ली एक जहाज़ से भी आ जाए वकील, तो जिहड़े मेरे वाले वकील तो उत्थे छूई मूई हो जाणगे बेचारे। वैसे ये प्रभाव हुंदा नाम का, ये नहीं मैं कहता कि उन्होंने योग्यता घट होएगी, उन्होंने प्रभाव अफसरशाही ते वध जाएगा। समझो इस चीज़ नूं समझो। अच्छा 30 दिन दे विच उन्होंने फैसला देना, सानू फैसला सही नहीं लगा
ਸਾਡਾ ਪੱਖਪਾਤ ਹੋ ਗਿਆ ਕੋਈ, ਅਗਾਂਹ ਉਹ ਕਹਿੰਦੇ ਕਿ ਡੀਸੀ ਕੋਲ ਚੱਲ ਜਾਓ ਤੇ ਡੀਸੀ 30 ਦਿਨ ਸਾਨੂੰ ਉਹ ਲਊਗਾ, ਸਾਨੂੰ ਫੇਰ ਵੀ ਉੱਥੋਂ ਫਿੱਟ ਨਹੀਂ ਬੈਠਾ। 30 ਦਿਨ ਅਸੀਂ ਅਗਾਂਹ ਅੱਪਰ ਕਲੈਕਟਰ ਹੈ ਜਿਹੜਾ, ਬਸ ਉਹੀ ਹੱਦ ਹੈ ਸਾਡੀ, ਉੱਥੇ ਜਾਵਾਂਗੇ। ਕਿੰਨੇ ਦਿਨ ਹੋ ਗਏ? 30 90 ਦਿਨ ਹੋ ਗਏ। ਤੇ ਫਸਲ ਕੌਣ ਬੀਜੂਗਾ? ਅਮਿਤ ਸ਼ਾਹ, ਨਰਿੰਦਰ ਮੋਦੀ। ਕਿਸਾਨ ਇਹਨਾਂ ਚੱਕਰਾਂ 'ਚ ਪੈ ਕੇ ਆਪਣਾ ਸਮਾਂ ਮਾਰ ਵੀ ਕਰਾ ਲੂਗਾ। ਬਿਲਕੁਲ। ਫਿਰ ਇੱਕ ਹੋਰ ਨਵੀਂ ਚੀਜ਼ ਵੇਖੋ ਇਹਦੇ 'ਚ, ਇਹਦੇ 'ਚ ਕੀ ਹੈ ਕਿ ਜਿੱਦਾਂ ਮੰਨ ਲਓ ਕਿਸਾਨ ਹੈ ਜਿਹੜਾ, ਉਹ ਸਿਰਫ ਅੱਪਰ ਕਲੈਕਟਰ ਤੱਕ ਜਾ ਸਕਦਾ ਹੈ, ਅਗਾਂਹ ਨਹੀਂ, ਕਿਸੇ ਅਦਾਲਤ 'ਚ ਨਹੀਂ। ਪਰ ਜਿਹੜਾ ਵਪਾਰੀ ਹੈ, ਫਰਜ਼ ਕਰੋ ਉਹਨੂੰ ਲੋੜ ਪੈ ਗਈ ਆ, ਫਰਜ਼ ਕਰੋ ਵਪਾਰੀ ਹੈ ਜਿਹੜਾ, ਉਹ ਕਹਿੰਦਾ ਮੇਰੇ ਨਾਲ ਧੱਕਾ ਹੋ ਗਿਆ, ਉਹ ਜੁਆਇੰਟ ਸੈਕਟਰੀ ਤੱਕ ਜਾ ਸਕਦਾ ਹੈ ਜੀ। ਔਰ ਉਹਦੀ ਅਪੀਲ ਕਰਨ ਦੀ ਮਿਆਦ 30 ਦੀ ਬਜਾਏ ਡਬਲ ਹੈ, 60 ਦਿਨ ਜੀ। ਉਹ ਬੰਦਾ ਪੁੱਛੇ ਉਹ ਕੀ ਤੁਹਾਡਾ ਮਾਸੜ ਲੱਗਦਾ ਵਪਾਰੀ, ਉਹ ਇੱਕ ਤਾਂ ਜੁਆਇੰਟ ਸੈਕਟਰੀ ਕੋਲ ਜਾ ਸਕਦਾ, ਤੇ ਦੂਜਾ ਇਹ ਆ ਕਿ ਉਹ ਬੰਦਾ ਜੁਆਇੰਟ ਸੈਕਟਰੀ ਪੱਧਰ ਦੇ ਅਧਿਕਾਰੀ ਤੱਕ ਪਹੁੰਚ ਕਰ ਸਕਦਾ। ਕਮਾਲ ਦੀ ਗੱਲ ਹੈ, ਇੰਨਾ ਪੱਖਪਾਤ, ਇੰਨਾ ਪੱਖਪਾਤ। ਫਿਰ ਅੱਗੇ ਤੁਸੀਂ ਇੱਕ ਚੀਜ਼ ਹੋਰ ਦੇਖੋ, ਬੜੀਆਂ ਦਿਲਚਸਪ ਗੱਲਾਂ ਨੇ ਬਹੁਤ, ਇਹਦੇ ਵਿੱਚੋਂ ਨਾ ਬਹੁਤ ਸਾਰੀਆਂ ਚੀਜ਼ਾਂ ਆਪਾਂ ਕੱਢ ਸਕਦੇ ਹਾਂ, ਹੋਰ ਵੀ ਕੱਢ ਸਕਦੇ ਹਾਂ। ਹੁਣ ਜਿਵੇਂ ਆਪਾਂ ਦੇਖ ਲਈਏ ਆ ਇਹਨਾਂ ਦਾ ਹੈਗਾ ਨੁਕਤਾ ਨੰਬਰ 19, ਇਹ ਕੇਂਦਰ ਨੂੰ ਵੀ ਤਾਕਤ ਦਿੰਦਾ ਹੈ। ਵਪਾਰਕ ਸਹੂਲਤ ਲਾਗੂ ਕਰਨ ਲਈ ਕੇਂਦਰ ਕੋਈ ਵੀ ਸੋਧ ਇੱਕ ਪੱਤਰ ਰਾਹੀਂ ਜਾਰੀ ਕਰ ਸਕਦੀ ਹੈ। ਉਹਦੇ 'ਚ ਲੋਕ ਸਭਾ ਰਾਜ ਸਭਾ ਵੀ ਬਾਈਪਾਸ ਹੈ ਵਪਾਰਕ ਹਿੱਤਾਂ ਵਾਸਤੇ। ਸਭ ਤੋਂ ਵੱਡੀ ਗੱਲ ਇਹ ਆ, ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਲੋਕ ਸਭਾ ਰਾਜ ਸਭਾ, ਮੰਨ ਲਓ ਫਰਜ਼ ਕਰੋ ਕਿਸਾਨ ਕਹਿੰਦਾ ਕਿ ਯਾਰ ਆਹ ਸੋਧ ਕਰ ਦਿਓ, ਉਹਦੇ ਵਾਸਤੇ ਸਟੇਟ ਜਿਹੜੀ ਆਪਣੀ ਖੇਤੀ ਸੂਬਾ ਕਹਿੰਦੇ ਆਪਾਂ ਸਬਜੈਕਟ ਹੈ, ਸਾਡੀ ਸੂਬਾ ਸਰਕਾਰ ਉਹਦੇ ਤੇ ਕੋਈ ਨਿਯਮ ਨਹੀਂ ਬਣਾ ਸਕਦੀ। ਪਰੰਤੂ ਜੇ ਵਪਾਰੀ ਕਹਿੰਦਾ ਤਾਂ ਜਿਹੜੀ ਕੇਂਦਰ ਸਰਕਾਰ ਹੈ ਉਹ ਡਾਇਰੈਕਟਲੀ ਇੱਕ ਪੱਤਰ ਜਾਰੀ ਕਰੂਗੀ ਕਿ ਲਓ ਜੀ ਕਰਤਾ। ਇੰਨੀ ਧੱਕੇਸ਼ਾਹੀ, ਇੰਨਾ ਜ਼ੁਲਮ ਆ, ਹੱਦੋਂ ਵੱਧ। ਮੈਂ ਤਾਂ ਕਹਿੰਦਾ ਕਿ ਦੇਖਣਾ ਚਾਹੀਦਾ ਕਿ ਐਡਾ ਪੱਖਪਾਤ ਸਾਡੀਆਂ ਅਦਾਲਤਾਂ, ਜਿਹੜੀ ਖਾਸ ਤੌਰ ਤੇ ਸੁਪਰੀਮ ਕੋਰਟ ਹੈ, ਉਹ ਇਸ ਕਾਨੂੰਨ ਨੂੰ ਵਾਚੇ, ਉਹਦੀ ਵਿਆਖਿਆ ਕਰੇ, ਤਾਂ ਮੇਰੇ ਖਿਆਲ ਦੇ ਨਾਲ ਇਹ ਕਾਨੂੰਨ ਤਾਂ ਕਿਤੇ ਠਹਿਰਦਾ ਹੀ ਨਹੀਂ ਹੈ। ਇਸ ਵਾਰ ਹੋਰ ਵੀ ਸਾਹਮਣੇ ਆ ਰਿਹਾ ਹੈ, ਕਹਿੰਦੇ ਕਿ ਜਿਹੜਾ ਵਪਾਰੀ ਵਰਗ ਆ ਉਸ ਦੇ ਆੜਤ ਖੋਹੀ ਜਾ ਰਹੀ ਆ ਉਸ ਤੋਂ। ਨਹੀਂ, ਉਹ ਤਾਂ ਚਲੋ ਛੱਡੋ ਤੁਸੀਂ। ਇਹਦੇ ਵਿੱਚ ਇੱਕ ਤੁਹਾਨੂੰ ਹੋਰ ਬੜੀ ਇੰਟਰਸਟਿੰਗ ਗੱਲ ਦੱਸਦਾ, ਉਹ ਆਪਾਂ ਬਾਅਦ 'ਚ ਕਰਦੇ ਹਾਂ ਗੱਲ। ਫਰਜ਼ ਕਰੋ ਇਹਦਾ ਨਾ, ਮੈਂ ਤੁਹਾਨੂੰ ਦੱਸਦਾ, ਗਾਂ ਵੀ ਕਿਤੇ ਤੁਸੀਂ ਗੱਲ ਕਰਨੀ ਹੋਵੇ ਕਿਸੇ ਡਿਬੇਟ ਦੇ ਵਿੱਚ, ਆ ਚੈਪਟਰ 5 ਦਾ ਜਿਹੜਾ 13ਵਾਂ ਨੰਬਰ ਪੁਆਇੰਟ ਹੈ ਨਾ, ਇਹਨੂੰ ਨੋਟ ਕਰ ਲਿਓ। ਇਹ ਕੀ ਕਹਿੰਦਾ ਕਿ ਵੇਖੋ, ਕਹਿੰਦੇ ਕਿ ਮਨੁੱਖ ਗਲਤੀਆਂ ਦਾ ਪੁਤਲਾ ਨਹੀਂ, ਗਲਤੀਆਂ ਦਾ ਕੁੱਪ ਹੈ ਤੂੜੀ ਵਾਲਾ, ਉਹ ਹੋ ਜਾਂਦੀ ਹੈ ਵੀ ਫੈਸਲਾ ਕਰਦਿਆਂ ਕਿਸੇ ਅਧਿਕਾਰੀ ਕੋਲੋਂ ਜੇ ਗਲਤੀ ਹੋ ਜਾਂਦੀ ਹੈ, ਕਿਸੇ ਅਫਸਰ ਕੋਲੋਂ, ਫਰਜ਼ ਕਰੋ ਐਸਡੀਐਮ ਗਲਤ ਫੈਸਲਾ ਦੇ ਦਿੰਦਾ, ਕਾਨੂੰਨਨ ਅਸੀਂ ਉਹਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ। ਆਹ ਦੇਖ ਲਓ ਤੁਹਾਡੇ ਸਾਹਮਣੇ ਹੈ ਅਧਿਆਇ 5 ਨੁਕਤਾ ਨੰਬਰ 13 ਕਿ ਮੰਨ ਲਓ ਕੋਈ ਪੈਸੇ ਖਾ ਕੇ ਅਫਸਰ ਫੈਸਲਾ ਦੇ ਦਿੰਦਾ ਜਾਂ ਕੋਈ ਬਾਈ ਮਿਸਟੇਕਨ ਉਹ ਫੈਸਲਾ ਉਲਟ ਦੇ ਦਿੰਦਾ ਜਦ ਕਿ ਸੱਚੀ ਕੋਈ ਹੋਰ ਤੇ ਰਿਹਾ, ਅਸੀਂ ਕਾਨੂੰਨਨ ਉਹਦੇ ਤੇ ਕਾਰਵਾਈ ਹੀ ਨਹੀਂ ਕਰਾ ਸਕਦੇ, ਨਾ ਸਰਕਾਰ ਤੇ ਕਾਰਵਾਈ ਕਰ ਸਕਦੇ ਹਾਂ ਕਿ ਤੁਹਾਡਾ ਪਬਲਿਕ ਸਰਵੈਂਟ ਜਿਹੜਾ ਹੈ ਉਹ ਇੱਕ ਪਾਸੜ ਕਾਰਵਾਈ ਕਰ ਗਿਆ। ਐਦੋਂ ਵੱਡਾ ਇੱਕ ਪਾਸੜ ਕਾਨੂੰਨ ਕੀ ਹੋਏਗਾ, ਐਦੋਂ ਵੱਡਾ ਧੱਕਾ ਕੀ ਹੋਏਗਾ। ਆੜਤੀਆਂ ਨਾਲ ਤੇ ਇਹ ਆ ਨਾ, ਆੜਤੀਆਂ ਦਾ ਕੀ ਰੌਲਾ ਹੈ? ਆੜਤੀਆਂ ਦਾ ਰੌਲਾ ਇਹ ਆ ਕਿ 1997 'ਚ ਜੋ ਇਹਨਾਂ ਨੂੰ ਮਿਲਦਾ ਸੀਗਾ ਨਾ, ਜੋ ਆੜਤ ਮਿਲਦੀ ਸੀ ਉਹ ਸੀਗੀ 1.5%, ਤੇ ਇਹਨਾਂ ਨੂੰ ਕਿਹਾ ਗਿਆ, ਬਾਦਲ ਸਾਹਿਬ ਨੂੰ ਉਦੋਂ ਮੁੱਖ ਮੰਤਰੀ ਬਣ ਗਏ, 1 ਰੁਪਈਆ ਤੇ ਤਨਖਾਹ ਕਹਿੰਦੇ ਸੀ, 1 ਰੁਪਈਆ ਤਨਖਾਹ ਤੇ ਕੰਮ ਕਰਾਂਗੇ ਉਸ ਟਾਈਮ। ਚਲੋ, ਤੇ ਉਸ ਟਾਈਮ ਇਹਨਾਂ ਨੂੰ ਕਿਹਾ ਗਿਆ ਕਿ ਘਟਾ ਕੇ 1.5 ਰੁਪਈਆ ਕਰ ਦਿਓ। ਇਹਨਾਂ ਨੇ ਚੱਕ ਕੇ ਰੁਪਈਏ ਤੋਂ 1.5 ਤੋਂ 2.5 ਕਰਤੀ, ਕਿਉਂਕਿ ਇਹਨਾਂ ਦਾ ਤੁਹਾਨੂੰ ਪਤਾ ਬਹੁਤੇ ਜਿਹੜੇ ਪੋਲੀਟੀਕਲ ਬੰਦੇ ਆ ਉਹ ਆੜਤ ਸਿਸਟਮ ਨਾਲ ਜੁੜੇ ਹੋਏ ਆ। ਆਪਣੇ ਜਿਹੜੇ ਰਵਿੰਦਰ ਸਿੰਘ ਚੀਮਾ, ਤੁਹਾਨੂੰ ਯਾਦ ਹੋਣਾ, ਜਿਹੜੇ ਚੇਅਰਮੈਨ ਸੀ ਮੰਡੀ ਬੋਰਡ ਦੇ, ਉਹ ਤਾਂ ਸੀ ਲੱਖੋਵਾਲ ਕਿਸਾਨ ਆਗੂ, ਤੇ ਜਿਹੜੇ ਆੜਤੀਏ ਸੀਗੇ ਉਹ ਵਾਈਸ ਚੇਅਰਮੈਨ ਸੀ। ਦੋਵਾਂ ਦਾ ਤਾਲਮੇਲ ਪੂਰਾ ਗੱਠਜੋੜ ਬਣਾ ਕੇ ਰੱਖਤਾ ਸਰਕਾਰ 'ਚ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੇ ਵਧਾਤਾ, ਉਹ ਫਿਰ ਉਹਨਾਂ ਨੇ ਇੱਕ ਆਪਸ਼ਨ ਦਿੱਤਾ ਸੀ ਇਹਨਾਂ ਨੂੰ ਕਿ ਇਦਾਂ ਕਰੋ, ਆਪਾਂ ਐਂ ਕਰਦੇ ਹਾਂ ਕਿ ਤੁਸੀਂ 1% ਕੱਢ ਲਓ, 2% ਕਰ ਲਓ, 1% ਅਸੀਂ ਤੁਹਾਨੂੰ ਦੇ ਦਿਆ ਕਰਾਂਗੇ ਸਰਕਾਰ ਨੂੰ, 1% ਅਸੀਂ ਰੱਖ ਲਾਂਗੇ, ਮਤਲਬ ਕਿ ਇਦਾਂ ਜੇ ਕਰ ਲੈਂਦੇ ਆਪਾਂ 1% ਤੁਹਾਨੂੰ ਦੇ ਚੱਲਾਂਗੇ ਸਰਕਾਰ ਨੂੰ, ਤੁਸੀਂ ਰੌਲਾ ਛੱਡੋ, ਇਹਨਾਂ ਨੂੰ ਵਿੱਚੋਂ ਕੱਢੋ। ਕਿਉਂਕਿ ਹੁਣ ਦੇਖੋ ਅੱਜ ਦੇ ਮੁਤਾਬਕ ਜਿਵੇਂ ਜਿਵੇਂ MSP ਵੱਧ ਰਹੀ ਹੈ, ਆੜਤੀਆਂ ਦਾ ਮਾਰਜਨ ਜਿਹੜਾ ਵੱਧ ਰਿਹਾ,
ਠੀਕ ਹੈ ਨਾ, ਉਹਨਾਂ ਨੂੰ ਮਹਿੰਗਾ ਪੈ ਰਿਹਾ, ਸਾਲਾਨਾ 1400 ਕਰੋੜ 1500 ਕਰੋੜ ਰੁਪਈਆ ਇਦਾਂ ਦਾ ਹੋਏਗਾ। ਹੁਣ ਇਹ ਚਾਹੁੰਦੇ ਆ ਕਿ ਉਹ ਪੈਸਾ ਬਚਾ ਲਈਏ, ਪਰ ਰੌਲਾ ਇਹ ਆ ਕਿ ਠੀਕ ਆ ਵੇਖਣ 'ਚ ਤੇ ਉਹ ਜਿਵੇਂ ਉਹ ਕਹਿੰਦੇ ਆ, ਉਹ ਬੜੇ ਚਲਾਕ ਲੋਕ ਆ, ਇਹ ਵਿਚੋਲੀਏ ਆ, ਫਲਾਣੇ ਟਮਕਾਣੇ ਆ। ਦੇਖੋ ਆਪਾਂ ਦਾਣਾ ਮੰਡੀ 'ਚ ਬੈਠੇ ਆ, ਮੈਂ ਖੁਦ ਇਦਾਂ ਹੀ ਪੜ੍ਹਿਆ। ਅਸੀਂ ਕਿਹੜਾ ਸ਼ਾਹੂਕਾਰ ਦੇ ਮੁੰਡੇ ਸੀ ਜਾਂ ਬਹੁਤ ਵੱਡੇ ਜ਼ਿਮੀਂਦਾਰ ਦੇ ਮੁੰਡੇ ਸੀ, ਤੇ ਜਦੋਂ ਕਿਤੇ ਤੋੜਾ ਹੋਣਾ ਘਰ ਦੇ ਵਿੱਚ, ਜਾਂ ਤਾਂ ਕੱਟੀ ਵੱਛੀ ਵੇਚਦਾ ਸੀ ਪਿਓ ਸਾਡਾ, ਬਾਪ ਸਾਡਾ, ਤੇ ਜਾਂ ਕਹਿੰਦਾ ਸੀ ਆੜਤੀਏ ਕੋਲ ਜਾ, ਕੋਈ ਫਸਲ ਹੋਵੇ ਜਾਂ ਨਾ ਹੋਵੇ ਉਹ ਪਰਚੀ ਕੱਟ ਦਿੰਦਾ ਕਿ ਜਾ ਇੰਨੇ ਪੈਸੇ ਫੜ ਲੈ। ਅਸੀਂ ਆੜਤੀਏ ਕੋਲ ਜਾਂਦੇ ਤੇ ਉੱਥੋਂ ਅਸੀਂ ਕੋਈ ਆਪਦਾ ਕੋਈ 100 200 400 ਫੜਦੇ, ਫੀਸਾਂ ਫੂਸਾਂ ਭਰ ਲੈਂਦੇ। ਮਤਲਬ ਕਿ ਸਾਡਾ ATM ਹੈ ਆੜਤੀਆ। ਫਰਜ਼ ਕਰੋ ਤੁਸੀਂ ਕਿਸਾਨ ਆ, ਤੁਸੀਂ ਕਿਸਾਨ ਆ, ਤੁਹਾਡੀ ਮਾਤਾ ਜੀ ਅਨਫੋਰਚੂਨੇਟਲੀ ਬਿਮਾਰ ਹੋ ਗਏ, ਤੁਸੀਂ ਭੱਜੇ ਹੋ, ਸ਼ਹਿਰ ਲੈ ਗਏ ਹੋ ਐਮਰਜੈਂਸੀ, ਚਲੋ ਸਕੂਟਰ ਮੋਟਰਸਾਈਕਲ ਜਾਂ ਕਾਰ ਜੋ ਵੀ ਮਿਲੀ ਘਰੇ, ਜੋ ਵੀ ਖੜਿਆ ਤੁਸੀਂ ਉਹ ਸਾਧਨ ਵਰਤ ਲਿਆ। ਤੁਸੀਂ ਉੱਥੇ ਜਾ ਕੇ ਜੇਬੇ ਨੂੰ ਹੱਥ ਮਾਰਿਆ, ਬੋਝੇ ਨੂੰ ਹੱਥ ਮਾਰਿਆ, ਬੋਝੇ 'ਚ ਤੇ ਹੈ ਨਹੀਂ ਕੁਛ। ਡਾਕਟਰ ਨੇ ਕਿਹਾ ਕਿ ਇੰਨੇ ਪੈਸੇ ਜਮ੍ਹਾਂ ਕਰਾਓ, ਆਪਾਂ ਇਲਾਜ ਸ਼ੁਰੂ ਕਰੀਏ। ਤਦ ਤੁਹਾਡਾ ਰਿਸ਼ਤੇਦਾਰ ਵੀ ਸ਼ਾਇਦ ਰਾਤ ਨੂੰ ਨਹੀਂ ਬੋੜ ਸਕੇਗਾ। ਤੁਸੀਂ ਜਦੋਂ ਹੀ ਫੋਨ ਕੱਢ ਕੇ ਮਨੀਮ ਨੂੰ ਫੋਨ ਕਰਦੇ ਹੋ ਆੜਤੀਏ ਦਿਨ ਕਿ ਭਾਈ ਆਹ ਗੱਲ, ਆਹ ਰੌਲਾ ਹੋ ਗਿਆ ਕਿ ਸਾਨੂੰ ਇਮੀਡੀਏਟਲੀ ਇੰਨੇ ਪੈਸੇ ਚਾਹੀਦੇ ਆ। ਤੁਹਾਡਾ ਆੜਤੀਆ ਜਾਂ ਤੁਹਾਡਾ ਮਨੀਮ ਉਨੀ ਰਕਮ ਚੁੱਕ ਕੇ ਹਸਪਤਾਲ ਆ ਜਾਂਦਾ ਹੈ। ਜੇ ਇਹ ਆੜਤੀਏ ਜਿਹੜੇ ਕਿ ਬੇਸਿਕਲੀ ਇੱਥੇ ਸਰਵਿਸ ਪ੍ਰੋਵਾਈਡਰ ਕਹੇ ਜਾ ਸਕਦੇ ਆ, ਇਹ ਨਿਕਲ ਜਾਂਦੇ ਸਿਸਟਮ 'ਚੋਂ, ਜਿਹੜੇ ਲੋਕ ਤਰਕ ਦਿੰਦੇ ਆ ਕਿ ਦੇਖੋ ਜੀ ਇਹ ਵਾਧੂ ਦਾ ਪੈਸਾ ਕਮਾਉਂਦੇ ਆ, ਤਾਂ ਫਿਰ ਕਾਊਂਟਰ ਤਰਕ ਇਹ ਹੋਏਗਾ ਕਿ ਫਰਜ਼ ਕਰੋ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਜਿੱਥੇ ਲੋਨ ਇੱਕ ਵਾਰੀ ਤੁਸੀਂ ਲੈ ਲਿਆ, ਛਮਾਈ ਤੱਕ ਤੁਹਾਨੂੰ ਲੋਨ ਦੁਬਾਰਾ ਨਹੀਂ ਮਿਲੇਗਾ ਜਦ ਤੱਕ ਤੁਸੀਂ ਰੀਨਿਊ ਨਹੀਂ ਕਰਦੇ ਜਾਂ ਲਾਉਂਦੇ ਨਹੀਂ ਹੈ। ਖੜੇ ਪੈਰ ਜੇ ਰਾਤ ਨੂੰ ਕੋਈ ਵਿਪਤਾ ਪੈਂਦੀ ਹੈ ਤਾਂ ਉਸ ਸੂਰਤ ਦੇ ਵਿੱਚ ਉਸ ਮੌਕੇ ਤੇ ਕੀ ਅੰਬਾਨੀ ਪੈਸੇ ਦੇ ਦੂਗਾ? ਇਹ ਬਹੁਤ ਵੱਡੀ ਗੱਲ ਹੈ, ਸੋਚਣ ਵਿਚਾਰਨ ਵਾਲੀ ਗੱਲ ਆ ਜੀ। ਜੀ ਆਖਰ ਦੇ ਵਿੱਚ ਅਪੀਲ ਕੀ ਕਰਕੇ ਜਾਓਗੇ? ਬਸ ਇਹ ਲਾਸਟ ਆ, ਬਹੁਤ ਦੂਰ ਹੋ ਗਿਆ ਆਖਰ। ਨਹੀਂ, ਅਪੀਲ ਮੈਂ ਕਰਨ ਜੋਗਾ ਹੈ ਹੀ ਨਹੀਂ ਹੈ। ਤੁਹਾਡੇ ਦਰਸ਼ਕ ਬੜੇ ਸੂਝਵਾਨ ਆ, ਬਸ ਇਹੋ ਹੈ ਯਾਰ, ਇਸ ਲੜਾਈ 'ਚ ਸਾਥ ਦਿਓ। ਮੈਂ ਤੁਹਾਨੂੰ ਦੱਸਦਾ ਨਾ, ਇਹ ਲੜਾਈ ਇਹਨਾਂ ਦੀ ਗਲਤ ਨਹੀਂ ਹੈ। ਜੇ ਗਲਤ ਹੁੰਦੀ ਨਾ, ਮੈਂ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਕਹਿ ਕੇ ਕਹਿੰਦਾ, ਮੈਂ ਸਭ ਤੋਂ ਪਹਿਲਾਂ ਵਿਰੋਧਤਾ ਇਹਨਾਂ ਦੀ ਕਰਨੀ ਸੀ, ਮੈਂ ਨਹੀਂ ਡਰਦਾ, ਮੈਂ ਕਰਨੀ ਸੀ ਵਿਰੋਧਤਾ। ਇਹ ਸੱਚੇ ਆ ਯਾਰ, ਇਹ ਸੱਚੇ। ਆ ਜਿਹੜੀਆਂ ਆਪਾਂ ਊਟ ਪਟਾਂਗ ਗੱਲਾਂ ਕਰਦੇ ਆ ਸੋਸ਼ਲ ਮੀਡੀਆ ਤੋਂ, ਜਾਂ ਇਹ ਜਿਹੜੇ ਹੈਗੇ ਭਗਤ ਇਹਨਾਂ ਤੋਂ ਲੈ ਕੇ, ਇਹ ਛੱਡ ਕੇ, ਕਿਉਂਕਿ ਸੱਚੇ ਦਾ ਸਾਥ ਦੇਣਾ ਸਾਡੇ ਗੁਰੂਆਂ ਨੇ ਵੀ ਸਿਖਾਇਆ, ਸਾਡੇ ਜਿਹੜੇ ਇਤਿਹਾਸਕਾਰ ਸੀ ਉਹਨਾਂ ਨੇ ਵੀ ਸਿਖਾਇਆ ਜੀ। ਧੰਨਵਾਦ। ਸੋ ਗੱਲ ਕਰਦੇ ਆ, ਇਹ ਸਰਖਾਬ TV ਦੇ ਉੱਪਰ ਸਾਡੇ ਨਾਲ ਮਿੰਟੂ ਗੁਰੂਸਰੀਆ ਜੁੜੇ ਹੋਏ ਸੀ, ਜਿਨ੍ਹਾਂ ਨੇ ਕਿਹਾ ਆ ਕਿ ਇੱਕ ਅਪੀਲ ਕੀਤੀ ਆ ਕਿ ਲਾਸਟ ਦੇ ਵਿੱਚ ਕਿ ਸਾਰੇ ਜਿਹੜੇ ਸੱਜਣ ਨੇ ਉਹ ਜੁੜੇ ਰਹਿਣ, ਇਸ ਅੰਦੋਲਨ ਦਾ ਵੱਧ ਤੋਂ ਵੱਧ ਸਾਥ ਦੇਣ। ਸੋ ਇਸੇ ਤਰ੍ਹਾਂ ਤੁਹਾਨੂੰ ਮਿਲਾਉਂਦੇ ਰਵਾਂਗੇ, ਹੋਰ ਵੀ ਆਗੂ ਆਏ ਹੋਏ ਨੇ। ਜੁੜੇ ਰਹੋ ਸਰਖਾਬ TV ਦੇ ਨਾਲ। ਮੈਨੂੰ ਫਿਲਹਾਲ ਦੇ ਲਈ ਦਿਓ ਆਗਿਆ। ਹਰਜਿੰਦਰ ਸਿੰਘ ਢਿੱਲੋਂ ਨੂੰ ਧੰਨਵਾਦ ਜੀ।